नागफनी की है, इसका जवाब मैं नहीं देवांगी, आप डॉक्टर हरशिंदर कौर देणगे कि उसके फायदे की ने। एक एंटीऑक्सीडेंट वजों भी एक झुर्ड़ियां रोकण लई एक वाला लई बेहतरीन टॉनिक जो सामने आई ਉਹ ਸੀ ਨਾਗਫਣੀ। ਅਮਾਈਨੋ ਐਸਿਡ ਵਿਟਾਮਿਨ ਈ ਸੀ ਡੀ ਕੇ ਬੀਟਾ ਕੈਰੋਟੀਨ ਐਂਟੀਆਕਸੀਡੈਂਟ ਕੋਲੀਨ ਆਇਰਨ ਫੋਲੇਟ ਕੈਲਸ਼ੀਅਮ ਜ਼ਿੰਕ ਕਾਪਰ ਪੋਟਾਸ਼ੀਅਮ। ਜੇ ਮੈਂ ਤੁਹਾਨੂੰ ਸਾਰਾ ਕੁਝ ਪੜ੍ਹ ਕੇ ਸੁਣਾਵਾਂ ਸ਼ਾਇਦ ਤੁਸੀਂ 10 ਮਿੰਟ ਪੂਰੇ ਦੇ ਅੰਦਰਲੇ ਚੀਜ਼ਾਂ ਬਾਰੇ ਹੀ ਦੱਸਦੇ ਰਹਿ ਜਾਵਾਂਗੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਪੇਸ਼ੈਂਟ ਮੈਂ ਕਹੂੰਗੀ ਸਿਰਫ ਸੀਨੀਅਰ ਸਿਟੀਜ਼ਨ ਹੀ ਨਹੀਂ, ਇੱਕ ਯੰਗਸਟਰ ਵੀ, ਇੱਕ ਬੱਚਾ ਵੀ, ਅਸੀਂ ਡਾਇਬਟੀਜ਼ ਉਹਦੇ ਵਿੱਚ ਵੇਖ ਰਹੇ ਹਾਂ, ਮਿਗਰੇਨ ਦੀ ਪ੍ਰੋਬਲਮ ਅਸੀਂ ਬਹੁਤ ਜ਼ਿਆਦਾ ਵੇਖ ਰਹੇ ਹਾਂ ਖਾਸ ਕਰਕੇ ਨੌਜਵਾਨਾਂ ਦੇ ਵਿੱਚ। ਤੇ ਕੀ ਨਾਗਫਨੀ ਉਹਨਾਂ ਦੇ ਲਈ ਵੀ ਫਾਇਦੇਮੰਦ ਹੋਊਗੀ? ਕੁਝ ਜ਼ਹਿਰੀ ਨੇ ਕਿਉਂਕਿ ਕੰਡਾ ਜਦੋਂ ਚੁੱਭਦਾ ਜੇ ਕਈਆਂ ਦੇ ਬੜਾ ਸੀਵੀਅਰ ਰਿਐਕਸ਼ਨ ਕਰ ਸਕਦਾ ਜੇ ਕਿਉਂਕਿ ਉਹ ਇੰਨੇ ਮਹੀਨ ਹੁੰਦੇ ਨੇ। ਜਦੋਂ ਤੁਹਾਡੇ ਕੈਂਸਰ ਦੀ ਕੋਈ ਸਰਜਰੀ ਕੀਮੋ ਰੇਡੀਓ ਸਭ ਪੂਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਜੇ ਇਹ ਵਰਤਿਆ ਜਾਵੇ ਤਾਂ ਇਹਦੇ ਨਾਲ ਰੀਕਰੈਂਸ ਆਫ ਕੈਂਸਰ ਜਾਂ ਇਹਦੇ ਫੈਲਣ ਦੀ ਸਪੀਡ ਜਾਂ ਦੁਬਾਰਾ ਹੋਣ ਦਾ ਆਸਾਰ ਕਾਫੀ ਘੱਟ ਜਾਂਦੇ ਨੇ। ਬਿਮਾਰੀਆਂ ਵੀ ਤੁਸੀਂ ਗਿਣਵਾਈਆਂ ਕਿ ਕਿਸ ਤਰੀਕੇ ਨਾਲ ਕੋਲੇਸਟ੍ਰੋਲ ਦੇ ਵਿੱਚ, ਕੈਂਸਰ ਦੇ ਵਿੱਚ, ਅਲਸਰ ਦੇ ਵਿੱਚ ਸਹਾਇਤਕ ਜੋ ਹੈ ਉਹ ਸਾਬਤ ਹੋ ਸਕਦਾ ਕਿਉਂਕਿ ਹਾਲੇ ਰਿਸਰਚ ਆਨਗੋਇੰਗ ਹੈ। ਕੋਵਿਡ ਦੌਰਾਨ ਇਹ ਇੱਕ ਵੱਡਮੁੱਲੀ ਕਹਿ ਲਓ ਸੌਗਾਤ ਇੱਕ ਦੇਸ਼ਕੀਮਤੀ ਗਿਣ ਕੇ ਸਾਡੇ ਕੋਲ ਸਾਹਮਣੇ ਆਈ। ਕੁਝ ਮੁਲਕਾਂ ਵਿੱਚ ਇਹਦਾ ਨਾਮ ਹੀ ਕੈਕਟਸ ਆੜੂ, ਯਾਨੀ ਇਹਨੂੰ ਇੱਕ ਕੈਕਟਸ ਦੇ ਨਾਂ ਦੇ ਨਾਲ ਆੜੂ ਇਸ ਕਰਕੇ ਲਾਇਆ ਗਿਆ ਇਹ ਦਿਖਾਉਣ ਨੂੰ ਕਿ ਭਈ ਇਹ ਬਹੁਤ ਵਧੀਆ ਜੇ ਇਹਨੂੰ ਵਰਤ ਲੈਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅਕਸਰ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਉਨ ਚੀਜ਼ਾਂ ਦੇ ਨਾਲ ਰੂਬਰੂ ਕਰਾਉਂਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਹੁੰਦੀਆਂ ਲੇਕਿਨ ਸਾਨੂੰ ਉਸ ਦੇ ਫਾਇਦੇ ਬਾਰੇ ਕੁਝ ਪਤਾ ਨਹੀਂ ਹੁੰਦਾ ਕਿ ਆਖਿਰਕਾਰ ਇਹ ਛੋਟੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਮਹੱਤਵ ਰੱਖਦੀਆਂ ਨੇ। ਸੋ ਸਾਡੇ ਨਾਲ ਇਸ ਖਾਸ ਸ਼ੋਅ ਦੇ ਵਿੱਚ ਮੌਜੂਦ ਰਹਿਣਗੇ ਡਾਕਟਰ ਹਰਸ਼ਿੰਦਰ ਕੌਰ। ਅੱਜ ਅਸੀਂ ਗੱਲ ਕਰਾਂਗੇ ਨਾਗਫਨੀ ਦੇ ਬਾਰੇ। ਹੁਣ ਤੁਸੀਂ ਸੋਚੋਗੇ ਕਿ ਨਾਗਫਨੀ ਕੀ ਹੈ, ਇਸ ਦਾ ਜਵਾਬ ਮੈਂ ਨਹੀਂ ਦੇਵਾਂਗੀ, ਆਪ ਡਾਕਟਰ ਹਰਸ਼ਿੰਦਰ ਕੌਰ ਦੇਣਗੇ ਕਿ ਉਸਦੇ ਫਾਇਦੇ ਕੀ ਨੇ, ਉਸਦੇ ਨੁਕਸਾਨ ਕੀ ਨੇ, ਸਾਡੀ ਜ਼ਿੰਦਗੀ ਦੇ ਵਿੱਚ ਉਸਦੀ ਕਿੱਦਾਂ ਵਰਤੋਂ ਕੀਤੀ ਜਾ ਸਕਦੀ ਹੈ। ਸੋ ਸਭ ਤੋਂ ਪਹਿਲਾਂ ਆਈਏ ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਸਵਾਗਤ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ, ਜਿੰਨੇ ਵੀ ਦੇਖ ਸਕਦੇ ਨੇ, ਸਭਨਾਂ ਨੂੰ ਨਿੱਘੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਸੀਂ ਘੁੰਮ ਕੇ ਵੀ ਆਏ ਹੋ, ਸੋ ਮੈਂ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੀ ਕਿਸ ਤਰੀਕੇ ਨਾਲ ਹੁਣ ਤਾਂ ਮੀਂਹ ਦਾ ਮੌਸਮ ਸ਼ੁਰੂ ਹੋ ਗਿਆ, ਮੌਨਸੂਨ ਨੇ ਕਿਤੇ ਨਾ ਕਿਤੇ ਦਸਤਕ ਦੇ ਹੀ ਦਿੱਤੀ ਹੈ, ਪੰਜਾਬ ਦਾ ਹਾਲ ਕੀ ਚੱਲ ਰਿਹਾ ਅੱਜ ਕੱਲ੍ਹ? ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਅੱਤ ਦੀ ਗਰਮੀ ਸੀ ਜਿੱਥੋਂ ਥੋੜੀ ਜਿਹੀ ਰਾਹਤ ਮਿਲੀ ਹੈ। ਅੱਜ ਪਹਿਲੀਆਂ ਬੂੰਦਾਂ ਥੋੜੀਆਂ ਠੰਡੀ ਹਵਾ ਬਹੁਤ ਖੂਬਸੂਰਤ, ਏਦਾਂ ਹੀ ਲੱਗਦਾ ਕੈਲੀਫੋਰਨੀਆ ਦਾ ਗੇੜਾ ਲਾ ਕੇ ਆਏ ਸੀ। ਬਹੁਤ ਖੂਬਸੂਰਤ ਅੱਜ ਦਾ ਮੌਸਮ ਜੇ, ਠੰਡੀਆਂ ਹਵਾਵਾਂ ਨੇ। ਹੁਣ ਗੱਲ ਇਹ ਹੈ ਕਿ ਤੁਸੀਂ ਜੋ ਮਾਣ ਸਕਦੇ ਹੋ ਉਹ ਅਸੀਂ ਨਹੀਂ ਮਾਣ ਸਕਦੇ, ਪਰ ਜੋ ਅਸੀਂ ਇੱਥੇ ਮਾਣ ਸਕਦੇ ਹਾਂ ਸ਼ਾਇਦ ਉਹ ਤੁਸੀਂ ਨਹੀਂ ਮਾਣ ਸਕਦੇ। ਪਤਾ ਜੀ ਕਿਉਂ? ਕਿਉਂਕਿ ਜਿੰਨੀ ਵੱਡੀ ਮਾਤਰਾ ਵਿੱਚ ਇੱਥੋਂ ਦੇ, ਕਿਉਂਕਿ ਮੌਸਮ ਦੇ ਹਿਸਾਬ ਨਾਲ ਤੇ ਜਿਸ ਤਰ੍ਹਾਂ ਦੀ ਉੱਥੇ ਦੀ ਸੋਇਲ ਹੈ ਉਹਦੇ ਹਿਸਾਬ ਨਾਲ ਜੋ ਚੀਜ਼ਾਂ ਇੱਥੇ ਉਗਦੀਆਂ ਨੇ ਉਹ ਤੁਹਾਡੇ ਕੋਲ ਨਹੀਂ ਹੋ ਸਕਦੀਆਂ। ਤੇ ਜੋ ਤੁਹਾਡੇ ਨੇ ਬਲੂਬੇਰੀਜ਼, ਕ੍ਰੈਨਬੇਰੀਜ਼ ਆਪਣੀਆਂ ਫਾਇਦੇਮੰਦ ਉਮਰ ਲੰਬੀ ਕਰਨ ਵਾਲੀਆਂ, ਉਹ ਸ਼ਾਇਦ ਸਾਡੇ ਕੋਲ ਨਹੀਂ ਹੁੰਦੀਆਂ। ਤਾਂ ਇਸ ਕਰਕੇ ਦੋਨੋਂ ਥਾਵਾਂ ਦਾ ਆਪੋ ਆਪਣਾ ਮਜ਼ਾ ਹੈ, ਆਪੋ ਆਪਣਾ ਵੱਖਰੇਵਾਂ ਪਾਣੇ ਤੇ ਉਹਦੇ ਵਿੱਚ ਕਿੰਨੀ ਵਧੀਆ ਇੱਕ ਸਾਂਝ ਹੈ। ਪਤਾ ਜੇ ਕਿਵੇਂ? ਜੀ, ਜਿਸ ਗੱਲ ਦੀ ਅੱਜ ਅਸੀਂ ਜ਼ਿਕਰ ਕਰਨਾ ਜੇ ਨਾਗਫਨੀ, ਇਹਨੂੰ ਤੁਸੀਂ ਤਰਸ ਦੇ ਉਸ ਥਾਂ ਤੇ ਨਹੀਂ ਵੇਖ ਸਕਦੇ, ਜਦ ਕਿ ਇੱਥੇ ਢੇਰਾਂ ਦੀ ਢੇਰ। ਸ਼ਾਇਦ ਤੁਸੀਂ ਟਕੀਲਾ ਦਾ ਨਾਂ ਜ਼ਰੂਰ ਸੁਣਿਆ ਹੋਏਗਾ, ਤੁਸੀਂ ਕੁਝ ਸੁਣਿਆ ਜਾਂ ਨਹੀਂ ਸੁਣਿਆ ਜੀ। ਉਹ ਟਕੀਲਾ ਤਿਆਰ ਹੁੰਦੀ ਜੇ ਕੈਕਟਸ ਤੋਂ, ਜਿਹਦਾ ਮੈਕਸੀਕੋ ਵਿੱਚ ਖੇਤੀ ਤੁਸੀਂ ਦੇਖ ਲਓ ਕਿ ਉਹਨਾਂ ਨੇ ਸਾਰੇ ਰੇਤੇ ਦੇ ਜਿੰਨੇ ਉਸ ਥਾਂ ਤੇ ਹੈਗੇ ਪਹਾੜ ਸਾਰੇ ਦੇ ਸਾਰੇ ਭਰ ਛੱਡੇ ਨੇ, ਕਿਉਂਕਿ ਦੁਨੀਆ ਭਰ ਵਿੱਚ ਟਕੀਲਾ ਸ਼ਾਟਸ
ਜੋ ਕਿ ਉਸ ਕੈਕਟਸ ਤੋਂ ਤਿਆਰ ਹੁੰਦੀਆਂ ਨੇ ਉਹ ਪਹੁੰਚਦੀਆਂ ਨੇ। ਹਾਂ ਬਿਲਕੁਲ ਇਸੇ ਤਰ੍ਹਾਂ ਆਸਟ੍ਰੇਲੀਆ ਅੱਤ ਦੀ ਗਰਮੀ ਜਦੋਂ ਪੈਂਦੀ ਹੈ ਉਹਨਾਂ ਨੇ ਵੀ ਇਹ ਸ਼ੁਰੂ ਕਰ ਦਿੱਤਾ ਹੁਣ ਇਸ ਦਾ ਵਪਾਰ, ਕਿਉਂਕਿ ਉਹਨਾਂ ਨੂੰ ਦੱਸਿਆ ਵੀ ਇਸ 'ਚ ਖਰਬਾਂ ਦਾ ਸਾਲਾਨਾ ਕਾਰੋਬਾਰ ਹੈ, ਸੋ ਇਹ ਕਿਉਂ ਨਾ ਬੀਜਿਆ ਜਾਵੇ। ਹਾਲੇ ਜੀ। ਤੱਕ ਇਹਦੇ ਬਾਰੇ ਬਹੁਤਾ ਗਿਆਨ ਨਹੀਂ ਸੀ ਹੂੰ ਕਿ ਇਸ ਦੇ ਵਿੱਚ, ਕਿਉਂਕਿ ਅਸੀਂ ਬਹੁਤਾ ਇਹਨੂੰ ਜ਼ਹਿਰ ਹੀ ਗਿਣਦੇ ਰਹੇ ਹਾਂ। ਹੂੰ ਸਾਡੇ ਵੀ ਵੱਡੇ ਵਡੇਰੇ ਕਹਿੰਦੇ ਸਨ ਇਹਦੇ ਚੋਂ ਦੁੱਧ ਸਿਮਦਾ ਜੇ, ਬੜਾ ਜ਼ਹਿਰੀਲਾ ਹੈ, ਨੇੜੇ ਨਾ ਜਾਇਓ, ਪੱਤੇ ਖਾ ਲੇ ਜਾਂ ਕੁਛ ਫਲ ਫੁੱਲ ਬਿਲਕੁਲ ਖਾ ਲੇ ਮਰ ਬਿਲਕੁਲ। ਜਾਓ। ਹੂੰ ਮੈਂ ਇਸੇ ਲਈ ਟਕੀਲਾ ਤੋਂ ਸ਼ੁਰੂ ਕੀਤਾ ਕਿ ਦੁਨੀਆ ਚਾਲੇ ਉਹ ਮਰਿਆ ਨਹੀਂ ਕੋਈ, ਹੂੰ ਕਿ ਧੜਾਧੜ ਖੇਤੀ ਹੋ ਰਹੀ ਹੈ। ਹੂੰ ਪਰ ਜਿਹੜੀ ਰਿਸਰਚ ਬੇਸਡ, ਕਿਉਂਕਿ ਦੇਖੋ ਅਸੀਂ ਸਾਂਝਾ ਟੀਵੀ ਤੇ ਇੱਕ ਖਾਸ ਤੌਰ ਤੇ ਜ਼ਿਕਰ ਕਰਦੇ ਹੁੰਦੇ ਹਾਂ ਕਿ ਸਿਰਫ ਰਿਸਰਚ ਬੇਸਡ ਗੱਲ ਕੀਤੀ ਜਾਂਦੀ ਹੈ। ਅਸੀਂ ਇੰਟਰਨੈਟ ਗਿਆਨ ਨਹੀਂ ਦੇ ਰਹੇ, ਜਿਹੜੀਆਂ ਖੋਜਾਂ ਦੇ ਉੱਤੇ ਆਧਾਰਿਤ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਉਹਦਾ ਹੀ ਜ਼ਿਕਰ ਕਰਦੇ ਹਾਂ। ਇਸ ਵੇਲੇ ਦੁਨੀਆ ਭਰ ਵਿੱਚ ਇਹਨੂੰ ਇੱਕ ਐਂਟੀਆਕਸੀਡੈਂਟ ਵਜੋਂ ਵੀ, ਇੱਕ ਝੁਰੜੀਆਂ ਰੋਕਣ ਲਈ, ਇੱਕ ਵਾਲਾਂ ਲਈ ਬਿਹਤਰੀਨ ਟੌਨਿਕ ਜੋ ਸਾਹਮਣੇ ਆਈ ਉਹ ਸੀ ਨਾਗਫਣੀ। ਯਾਨੀ ਇਹਦੇ ਉੱਤੇ ਇੱਕ ਸੂਹਾ ਗੁਲਾਬੀ ਜਿਹੜਾ ਫਲ ਲੱਗਦਾ ਜੇ ਕੈਕਟਸ ਦੇ ਉੱਤੇ, ਉਹਨੂੰ ਨਾਗਫਣੀ ਕਹਿੰਦੇ ਨੇ। ਉਹ ਇਸ ਤਰੀਕੇ ਦੀ ਉਹਦੇ, ਕਿਉਂਕਿ ਹੁਣ ਉਹਦੀਆਂ ਦਵਾਈਆਂ ਵੀ ਬਣ ਕੇ ਬਾਜ਼ਾਰ ਵਿੱਚ ਆ ਚੁੱਕੀਆਂ ਕਾਫੀ ਕੁਝ, ਤੋਂ ਆਪਾਂ ਗੱਲ ਕਰਦੇ ਹਾਂ ਉਹਦੇ ਖੋਜ ਦੇ ਉੱਤੇ ਆਧਾਰਿਤ ਕਿਹੜੀਆਂ ਕਿਹੜੀਆਂ ਚੀਜ਼ਾਂ ਲੱਭੀਆਂ ਗਈਆਂ ਸੀ। ਤੁਸੀਂ ਹੈਰਾਨ ਹੋ ਕੇ ਜੇ ਮੈਂ ਇਸ ਸਿਰਫ ਇੱਕ ਫਲ ਦੇ ਵਿੱਚ ਜੋ ਰਿਸਰਚ ਬੇਸ ਸਾਡੇ ਕੋਲ ਪਹੁੰਚੀ ਹੈ ਕਿ ਕੀ ਕੁਛ ਦੇ ਮੈਗਨੀਸ਼ੀਅਮ, ਫਾਸਫੋਰਸ, ਸਿਲੀਨੀਅਮ, ਅਮਾਈਨੋ ਐਸਿਡਸ, ਵਿਟਾਮਿਨ E, C, D, K, बीटा कैरोटीन, एंटीऑक्सीडेंट, कोलीन, आयरन, फोलेट, कैल्शियम, जिंक, कॉपर, पोटाशियम। जे मैं ਤੁਹਾਨੂੰ ਸਾਰਾ ਕੁਝ ਪੜ੍ਹ ਕੇ ਸੁਣਾਵਾਂ ਸ਼ਾਇਦ ਅਸੀਂ 10 ਮਿੰਟ ਹੋਰ ਇਹਦੇ ਅੰਦਰਲੇ ਚੀਜ਼ਾਂ ਬਾਰੇ ਹੀ ਦੱਸਦੇ ਰਹਿ ਜਾਵਾਂਗੇ। ਤਾਂ ਜਿੱਥੋਂ ਤੱਕ ਵਿਟਾਮਿਨ ਸੀ ਦੀ ਗੱਲ ਹੈ, ਜਿੰਨੀ ਸਾਨੂੰ ਰੋਜ਼ਾਨਾ ਚਾਹੀਦੀ ਹੁੰਦੀ ਜੇ, ਉਹਦਾ 34% ਹਿੱਸਾ ਸਿਰਫ ਇੰਨਾ ਕੁ ਕੱਪ, ਜਿਵੇਂ ਅਸੀਂ ਕਹਿ ਲਈਏ ਉਹਦੇ ਵਿੱਚ ਜਿਹੜਾ ਕੱਟਿਆ ਹੋਇਆ ਨਾਗਫਨੀ ਦਾ ਫਲ, ਉਹ ਪੂਰਾ ਕਰ ਦਿੰਦਾ। तो एक एंटीऑक्सीडेंट वजों कोविड दौरान ये एक वडमुली कह लो सौगात एक बेशकीमती गिण के साडे कोल सामने आई। ते इस तो कैप्सूल धड़ाधड़ बाजार विच भी विके जिहदे च जिक्र हुंदा सी कि ये है ते तुसीं कुदरती एंटीऑक्सीडेंट ऑर्गेनिक या जो भी कुछ मर्जी हर्बल कह के इहनूं जो वेचिया गया वो काफी कारोबारियां नूं फायदा दे गया। असल विच मैक्सीको विच ਪਹਿਲੀ ਵਾਰ ਜੋ ਅਸੀਂ ਇਤਿਹਾਸ ਵਿੱਚ ਝਾਤ ਮਾਰੀਏ ਦੇ ਫਾਇਦੇ ਦਿਸਦੇ ਨੇ। ਉਹਨਾਂ ਨੇ ਕਿਵੇਂ ਇਹਦੀ ਵਰਤੋਂ ਦਵਾਈਆਂ ਵਿੱਚ ਵੀ ਕੀਤੀ, ਕਿਵੇਂ ਬਤੌਰ ਵੱਖੋ ਵੱਖਰੀ ਇਹਦੀ ਬਣਾਉਣ ਦੇ ਤਰੀਕੇ ਢੰਗ ਉਹਨਾਂ ਦੇ ਸੀ, ਜਿਸ ਕਾਰਨ ਇਹਨੂੰ ਹਜ਼ਾਰਾਂ ਸਾਲਾਂ ਤੋਂ ਉੱਥੇ ਵਰਤਿਆ ਜਾਂਦਾ ਰਿਹਾ। ਕੁਝ ਮੁਲਕਾਂ ਵਿੱਚ ਇਹਦਾ ਨਾਮ ਹੀ ਕੈਕਟਸ ਆੜੂ, ਯਾਨੀ ਇਹਨੂੰ ਇੱਕ ਕੈਕਟਸ ਦੇ ਨਾਂ ਦੇ ਨਾਲ ਆੜੂ ਇਸ ਕਰਕੇ ਲਾਇਆ ਗਿਆ ਇਹ ਦਿਖਾਉਣ ਨੂੰ ਕਿ ਭਾਈ ਇਹ ਬਹੁਤ ਵਧੀਆ ਜੇ, ਇਹਨੂੰ ਵਰਤ ਲੈਣਾ ਚਾਹੀਦਾ। ਇੱਕ ਫਲ ਹੈ ਤਾਂ ਆੜੂ ਦਾ ਸ਼ਬਦ ਨਾਲ ਜੋੜ ਦਿੱਤਾ ਗਿਆ ਕਿ ਇਹਨੂੰ ਵਰਤੋ, ਕਿਉਂਕਿ ਲੋਕ ਕੈਕਟਸ ਸੁਣ ਕੇ ਇਹਨੂੰ ਵਰਤਦੇ ਨਹੀਂ ਸਨ। ਹੁਣ ਕੁਛ ਉੱਥੇ ਉਬਾਲ ਕੇ, ਕੁਛ ਭੁੰਨ ਕੇ, ਕੁਝ ਜੂਸ, ਹੁਣ ਤਾਂ ਜੈਮ ਬਥੇਰੇ ਮਿਲਣ ਲੱਗ ਗਏ ਨੇ, ਯਾਨੀ ਅਨੇਕ ਚੀਜ਼ਾਂ। ਤੁਸੀਂ ਇਹਨੂੰ ਜੇ ਸਵਾਦ ਵਜੋਂ ਵੈਸੇ ਵੀ ਕਿਸੇ ਨੇ ਕੱਚਾ ਖਾਣਾ ਕੱਟ ਕੇ, ਇੱਕ ਤਾਂ ਇਹ ਖੂਬਸੂਰਤ ਬਹੁਤ ਹੈ, ਤਾਂ ਇਹਨੂੰ ਖੀਰਾ ਤੇ ਹਦਵਾਣੇ ਦਾ ਮਿਕਸਚਰ ਜਿਹਾ ਕਹਿ ਸਕਦੇ ਹੋ ਕਿ ਉਦਾਂ ਦਾ ਇਹ ਤੁਹਾਨੂੰ ਇਹਦਾ ਟੇਸਟ ਹੁੰਦਾ ਜੇ। ਤਾਂ ਜਿਹਨੂੰ ਸਵਾਦ ਆ ਜਾਵੇ ਉਹ ਤਾਂ ਛੱਡ ਹੀ ਨਹੀਂ ਸਕਦਾ। ਪਰ ਇਹਦੇ ਵਿੱਚ ਦੇਖੋ, ਜੇ ਅਸੀਂ ਇਹਨੂੰ ਐਜ਼ ਭਾਰ ਘਟਾਉਣ ਵਜੋਂ ਵਰਤਿਆ ਸਮਝ ਲਈਏ, जो इस वेले रजीम्स अंतरराष्ट्रीय शुरू हुए ने कि जिसने भार घटाना है तो क्योंकि इस च फाइबर काफी है, इस करके ਇਹਦਾ ਕਿਹਾ ਜਾਂਦਾ ਹੈ ਕਿ ਇਹ ਕੋਲੇਸਟ੍ਰੋਲ ਵੀ ਕਾਬੂ ਵਿੱਚ ਰੱਖ ਸਕਦਾ, ਕਿਉਂਕਿ ਇਹਦੇ ਚ ਜ਼ੀਰੋ ਕੋਲੇਸਟ੍ਰੋਲ ਹੈ। ਫਿਰ ਇਹਦੇ ਵਿੱਚ ਇਹਦੇ ਬੀਜ ਜੋ ਹੁੰਦੇ ਨੇ, ਉਹਦਾ ਤੇਲ ਵੀ ਬਿਹਤਰੀਨ ਹੈ, ਜਿਨ੍ਹਾਂ ਨੂੰ ਕਿ ਤੁਸੀਂ ਖਾ ਵੀ ਸਕਦੇ ਹੋ ਜੇ ਤੁਸੀਂ ਖਾਣਾ ਚਾਹੋ। ਉਹਦੇ ਵਿੱਚ ਫਾਈਟੋਸਟੇਰੋਲ ਵੀ ਬਹੁਤ ਨੇ, ਸੋ ਉਹ ਤੁਹਾਡਾ ਕੋਲੇਸਟ੍ਰੋਲ ਵੀ ਠੀਕ ਰੱਖਦੇ ਨੇ, ਤੁਹਾਡਾ weight ਵੀ ਕਾਬੂ 'ਚ ਰੱਖਦੇ ਨੇ, ਜਿਸ ਸਦਕਾ ਤੁਹਾਡੇ ਦਿਲ ਲਈ ਬਿਹਤਰੀਨ ਹੈ। ਇਸੇ ਤਰ੍ਹਾਂ ਡਾਇਬਟਿਕਸ ਲਈ ਜਾਂ ਹੋਰ ਬਹੁਤ ਜਣਿਆਂ ਲਈ
ਕਿਉਂਕਿ ਇਹਦੇ ਵਿੱਚ ਓਮੇਗਾ 3 ਤੇ 6 ਫੈਟੀ ਐਸਿਡਸ ਵੀ ਨੇ ਜੋ ਕਿ ਦਿਮਾਗ ਨੂੰ ਵੀ ਤੰਦਰੁਸਤ ਰੱਖਦੇ ਨੇ। ਸੋ ਤੁਸੀਂ ਸਮਝ ਲਓ ਕਿ ਇਹ ਇੱਕ ਇਸ ਵੇਲੇ ਬਿਹਤਰੀਨ ਫਲ ਸਾਬਤ ਹੋ ਗਿਆ। ਜੇ ਗੱਲ ਕਰੀਏ ਵੱਖੋ ਵੱਖਰੀਆਂ ਬਿਮਾਰੀਆਂ ਦੀ, ਤਾਂ ਜੀ। ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਢਿੱਡ ਵਿਚਲੇ ਅਲਸਰ ਲਈ ਇਹ ਸਦੀਆਂ ਤੋਂ ਵਰਤਿਆ ਜਾਂਦਾ ਰਿਹਾ। ਹਾਂ। ਉਦੋਂ ਇਹਦੇ ਵਿੱਚ ਰਿਸਰਚ ਬੰਦਿਆਂ ਤੇ ਨਹੀਂ ਸੀ ਹੋਈ, ਹਾਂ। ਚੂਹਿਆਂ ਉੱਤੇ ਇੱਕ ਰਿਸਰਚ ਕੀਤੀ ਗਈ ਸੀ, ਜਿਹਦੇ ਵਿੱਚ ਉਹਨਾਂ ਦੇ ਛਾਤੀ ਦੇ, ਢਿੱਡ ਦੇ, ਪੈਨਕ੍ਰੀਆਸ, ਗਦੂਦ, ਅੰਡਕੋਸ਼ ਜਾਂ ਬੱਚੇਦਾਨੀ ਦੇ ਕੈਂਸਰ ਦੇ ਸੈੱਲ ਜਿਨ੍ਹਾਂ ਨੂੰ, ਉਹਨਾਂ ਲਈ ਇਹ ਟੈਸਟਿੰਗ ਕੀਤੀ ਗਈ ਸੀ ਹਾਂ। ਕਿ ਇਸ ਦੇ ਫਰੂਟ ਦੇ ਅੰਸ਼ ਉਹਨਾਂ ਨੂੰ ਖਵਾਏ ਗਏ। ਇਹ ਦੇਖਿਆ ਗਿਆ ਕਿ ਜਿਹੜੇ ਇਹ ਕੈਂਸਰ ਦੇ ਸੈੱਲ ਸੀ, ਇਹਨਾਂ ਦੇ ਫੈਲਣ ਦੀ ਸਪੀਡ ਘਟੀ ਹੋਈ। ਯਾਨੀ ਸਮਝਣ ਦੀ ਕੋਸ਼ਿਸ਼ ਕਰੋ ਕਿ ਖਤਮ ਨਹੀਂ ਸੀ ਹੋਈ। ਮੈਂ ਇਹ ਗੱਲ ਜ਼ਿਕਰ ਨਹੀਂ ਕਰ ਰਹੀ, ਖੋਜ ਵੀ ਚੂਹਿਆਂ ਵਿੱਚ ਹੋਈ ਹੈ, ਤੇ ਖੋਜ ਵਿੱਚ ਇਹ ਸਾਬਤ ਹੋਇਆ ਕਿ ਇਹਦੇ ਵਿੱਚ ਜਿਹੜੇ ਲੋੜੀਂਦੇ ਤੱਤ ਨੇ। ਹੈਲੋ ਜੀ ਜੀ। ਮੇਰੀ ਨਾ ਵਾਈਬ੍ਰੇਸ਼ਨਸ ਆ ਰਹੀਆਂ ਜੀ, ਤੁਹਾਨੂੰ ਕਲੀਅਰ ਦਿਖ ਰਿਹਾ? ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਕਿਉਂਕਿ ਮੌਸਮ ਖਰਾਬ ਹੈ ਤਾਂ ਮੈਂ ਖਿਮਾ ਮੰਗਦੀ ਹਾਂ ਕਿ ਉਹ ਵਾਈਬ੍ਰੇਸ਼ਨਸ ਕਾਫੀ ਨੇ, ਤੇ ਮੈਨੂੰ ਲੱਗਿਆ ਸ਼ਾਇਦ ਸਾਊਂਡ ਨਹੀਂ, ਬਿਲਕੁਲ ਆਡੀਬਲ ਹੋ ਜੀ, ਔਰ ਬਿਲਕੁਲ ਕਲੀਅਰ ਹੋ ਜੀ। ਤੇ ਉਹ ਚੂਹਿਆਂ ਉੱਤੇ ਹੋਈ ਖੋਜ ਵਿੱਚ ਉਹ ਐਕਚੁਅਲੀ ਪਤਾ ਲੱਗਿਆ ਕਿ ਇਹਨਾਂ ਦੇ ਸੈੱਲ ਕਾਫੀ ਜੋ ਸਪੀਡ ਸੀ ਘਟ ਗਈ, ਕਈ ਥਾਵਾਂ ਤੇ 1/3 ਸਪੀਡ ਲੱਭੀ। ਸੋ ਇੱਕ ਰੌਲਾ ਜਿਹਾ ਪਿਆ ਉਸ ਸਮੇਂ ਕਿ ਕੈਂਸਰ ਲਈ ਬਿਹਤਰੀਨ ਦਵਾਈ ਆ ਗਈ, ਜਦ ਕਿ ਮੈਂ ਹੁਣ ਵੀ ਦੱਸ ਦਿਆਂ ਕਲੀਅਰ ਕੱਟ, ਇੱਕ ਵੀ ਖੋਜ ਅਜੇ ਮਨੁੱਖੀ ਪੂਰੀ ਨਹੀਂ ਹੋਈ। ਚੱਲ ਜ਼ਰੂਰ ਰਹੀ ਹੈ ਪਰ ਪੂਰੀ ਨਹੀਂ ਸੀ। ਸੋ ਕੋਈ ਇਹ ਦਾਵਾ ਜੇ ਕਵੇ ਕਿ ਇਨਸਾਨੀ ਕੈਂਸਰ ਦੇ ਉੱਤੇ ਇਹਦਾ ਬਹੁਤ ਵਧੀਆ ਅਸਰ ਹੈ, ਤਾਂ ਉਹ ਅਜੇ ਇੱਕ ਫਰਾਡ ਹੀ ਖੇਡ ਰਿਹਾ ਹੋਏਗਾ। ਜੇ ਖੋਜਾਂ ਸਾਬਤ ਕਰ ਦੇਣ, ਵੱਖਰੀ ਗੱਲ ਹੈ ਕਿ ਬਹੁਤ ਸਾਰੇ ਕੇਸਿਸ ਇਹਦੇ ਨਾਲ ਠੀਕ ਹੋਏ, ਤਾਂ ਜ਼ਰੂਰ ਆਪਾਂ ਇਹ ਗੱਲ ਕਰ ਸਕਦੇ ਹਾਂ। ਇਟਲੀ ਇਹਦੀ ਰਫਤਾਰ ਘਟੀ ਦਾ ਮਤਲਬ ਸਮਝੋ ਕਿ ਜੇ ਸਪੀਡ, ਕੁਝ ਕੈਂਸਰ ਸਲੋ ਗਰੋਇੰਗ ਹੁੰਦੇ ਨੇ, ਕੁਝ ਫਾਸਟ ਗਰੋਇੰਗ ਹੁੰਦੇ ਨੇ, ਬਹੁਤ ਛੇਤੀ ਜਾਨ ਲੈ ਜਾਂਦੇ ਨੇ। ਤਾਂ ਜੇ ਸਲੋ ਗਰੋਇੰਗ ਕੈਂਸਰ ਜਿਨ੍ਹਾਂ 'ਚ ਪਤਾ ਹੈ ਕਿ ਇਹ ਲੰਮੇਰੀ ਉਮਰ ਦੇ ਸਕਦੇ ਨੇ, ਤੇ ਉਹਦੇ ਵਿੱਚ ਜੇ ਇਹਨੂੰ ਵਰਤਿਆ ਜਾਏ ਤਾਂ ਇਹਦਾ ਮਤਲਬ ਹੈ ਕਿ ਅਸੀਂ ਫਾਇਦਾ ਤਾਂ ਜ਼ਰੂਰ ਲੈ ਸਕਦੇ ਹਾਂ। ਜੇ ਕਿਉਰ ਨਹੀਂ ਵੀ ਹੈ ਤਾਂ ਜਿੰਨਾ ਵੀ ਅਸੀਂ ਚਾਹੀਏ ਇਸ ਨਾਲ ਬੈਟਰ ਫੀਲ ਕਰਨਾ, ਜਾਂ ਤੁਹਾਡੀ ਆਪਣੀ ਇਮਿਊਨਿਟੀ ਬੂਸਟ ਅਪ ਹੋਣੀ, ਜਾਂ ਕੈਂਸਰ ਦੇ ਸੈੱਲਾਂ ਦੀ ਸਪੀਡ ਘਟਣੀ ਵੀ, ਇਹਨੂੰ ਵਰਤਣ ਵਿੱਚ ਅਸਲ 'ਚ ਕੋਈ ਮਨਾਹੀ ਨਹੀਂ ਹੈ। ਇਹ ਕੇਸ ਜਿਨ੍ਹਾਂ ਨੂੰ ਕੈਂਸਰ ਹਨ ਇਹ ਵਰਤ ਸਕਦੇ ਨੇ, ਪਰ ਇੱਕ ਬਹੁਤ ਵੱਡਾ ਕਿੰਤੂ ਹੈ। ਉਹ ਕਿੰਤੂ ਇਹ ਹੈ ਕਿ ਡਿਊਰਿੰਗ ਟ੍ਰੀਟਮੈਂਟ ਬਿਲਕੁਲ ਵੀ ਨਹੀਂ ਵਰਤਣਾ। ਯਾਨੀ ਜਦੋਂ ਤੁਹਾਡੇ ਕੈਂਸਰ ਦੀ ਕੋਈ ਸਰਜਰੀ, ਕੀਮੋ, ਰੇਡੀਓ ਸਭ ਪੂਰੀ ਹੋ ਚੁੱਕੀ ਹੈ, ਉਸ ਤੋਂ ਬਾਅਦ ਜੇ ਇਹ ਵਰਤਿਆ ਜਾਵੇ ਤਾਂ ਇਹਦੇ ਨਾਲ ਰੀਕਰੈਂਸ ਆਫ ਕੈਂਸਰ ਜਾਂ ਇਹਦੇ ਫੈਲਣ ਦੀ ਸਪੀਡ ਜਾਂ ਦੁਬਾਰਾ ਹੋਣ ਦਾ ਅਸਾਰ ਕਾਫੀ ਘਟ ਜਾਂਦੇ ਨੇ। ਸੋ ਉਦੋਂ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ। ਆਪਾਂ ਦੱਸਾਂਗੇ ਕਿਵੇਂ ਵਰਤਣਾ ਜੀ। ਦਰਅਸਲ ਕਬਜ਼ ਲਈ ਇਹ ਸਦੀਆਂ ਤੋਂ ਵਰਤਿਆ ਜਾਂਦਾ ਰਿਹਾ ਸੀ, ਜਿਸ ਵਿੱਚ ਮੈਂ ਦੱਸਿਆ ਹੀ ਹੈ ਕਿ ਕਾਫੀ ਇਹਦੇ 'ਚ ਫਾਈਬਰ ਹੈ, ਇਸ ਕਰਕੇ ਇਹਦਾ ਫਾਇਦਾ ਬਹੁਤ ਜ਼ਿਆਦਾ ਮਿਲਦਾ। ਜੇ ਜਿਗਰ ਵਾਸਤੇ ਇੱਕ ਐਂਟੀਆਕਸੀਡੈਂਟ ਵਜੋਂ ਵੀ ਇਸ ਵਿੱਚ ਅਸਲ 'ਚ ਜੋ ਪੁਰਾਣੇ ਸਮਿਆਂ ਵਿੱਚ ਸ਼ਰਾਬ ਪੀਤੀ ਜਾਂਦੀ ਸੀ, ਜਿਗਰ ਤੇ ਅਸਰ ਹੋਣੇ ਜਾਂ ਉਹਦਾ ਦਿਲ ਕੱਚਾ ਹੋਣਾ, ਕਾਫੀ ਇਹਦੇ ਪੁਰਾਣੇ ਸਮਿਆਂ 'ਚ ਸਾਨੂੰ ਲਿਖਿਆ ਮਿਲਦਾ ਜੇ ਕਿ ਨਾਗਫਣੀ ਦਾ ਰਸ ਪਿਆਇਆ ਜਾਂਦਾ ਸੀ, ਜਿਨ੍ਹਾਂ ਦੇ ਸ਼ਰਾਬ ਨਾਲ ਜਿਗਰ ਤੇ ਅਸਰ ਹੋਇਆ ਹੋਵੇ। ਉਹਦੀ ਮੌਜੂਦਾ ਰਿਸਰਚ ਜਦੋਂ ਕੀਤੀ ਗਈ, ਇਹ ਲੱਭਿਆ ਗਿਆ ਕਿ ਇਹ ਐਂਜ਼ਾਈਮਸ ਐਕਟੀਵੇਟ ਕਰ ਦਿੰਦੀ ਹੈ, ਜਿਸ ਸਦਕਾ ਲਿਵਰ ਦਾ ਕੰਮਕਾਰ ਚੁਸਤ ਦਰੁਸਤ ਹੋ ਜਾਂਦਾ। ਪਰ ਉਹਦੇ ਨਾਲ ਇੱਕ ਇਹ ਵੀ ਨੁਕਤਾ ਦੱਸਿਆ ਗਿਆ ਕਿ ਅਸੀਂ ਬਿਲਕੁਲ ਇਹ ਨਹੀਂ ਕਹਿ ਰਹੇ ਕਿ ਸ਼ਰਾਬ ਪੀਣੀ ਸ਼ੁਰੂ ਕਰ ਦਿਓ ਜਾਂ ਇਹ ਜਿਗਰ ਨੂੰ ਪੂਰੀ ਤਰ੍ਹਾਂ ਠੀਕ ਕਰ ਦੇਗੀ। ਕੁਝ ਮਦਦ ਕਰ ਸਕਦੀ ਹੈ। ਇਸ ਕਰਕੇ ਸਭ ਤੋਂ ਪਹਿਲੀ ਚੀਜ਼ ਸ਼ਰਾਬ ਛੱਡਣੀ ਹੈ ਜੇ ਤੁਹਾਡੇ ਜਿਗਰ ਤੇ ਅਸਰ ਹੋ ਚੁੱਕਿਆ। ਤੇ ਸ਼ੁਰੂਆਤੀ ਦੌਰ ਸਮੇਂ ਕਿਸੇ ਨੇ ਕਾਫੀ ਲੈ ਲਈ ਤਾਂ ਨਾਗਫਨੀ ਦਾ ਰਸ ਪਿਆ ਕੇ ਉਹਨੂੰ ਸਵੇਰ ਵੇਲੇ ਦਿਲ ਕੱਚਾ, ਉਲਟੀਆਂ ਜਾਂ ਜਿਗਰ ਤੇ ਹੋਇਆ ਉਹ ਠੀਕ ਕੀਤਾ ਜਾ ਸਕਦਾ ਹੈ। ਪਰ ਉਹਦੇ ਨਾਲ ਮੈਂ ਫਿਰ ਦੁਬਾਰਾ ਦੁਹਰਾ ਦਿਆਂ, ਵਿੱਚ ਲਿਖਿਆ ਕਿ ਤੁਹਾਡਾ ਜੇ ਜਿਗਰ ਇੰਨਾ ਨਹੀਂ ਟੋਲਰੇਟ ਕਰ ਰਿਹਾ, ਤੁਸੀਂ ਸ਼ਰਾਬ ਪੀਓ ਹੀ ਨਾ। ਜਿੱਥੋਂ ਤੱਕ ਢਿੱਡ ਵਿਚਲੇ ਅਲਸਰ ਦੀ ਗੱਲ ਹੈ, ਜਿਹੜੇ ਜਿਨ੍ਹਾਂ ਨੂੰ ਹੋਵੇ ਉਹ ਆਪਣੀ ਖੁਰਾਕ ਵਿੱਚ ਇਹਨੂੰ ਸ਼ਾਮਲ ਕਰ ਲੈਣ
ਤਾਂ ਹਾਂ ਢਿੱਡ ਵਿੱਚ ਦੇ ਅਲਸਰ ਕਾਫੀ ਛੇਤੀ ਠੀਕ ਕੀਤੇ ਜਾ ਸਕਦੇ ਨੇ, ਪ੍ਰੋਵਾਈਡਡ ਨਾਲੋਂ ਨਾਲ ਹੋਰ ਇਲਾਜ ਜਿਹੜਾ ਹੈ ਡਾਕਟਰੀ ਉਹ ਜਾਰੀ ਰਵੇ। ਜੀ ਜੇ ਇਜਾਜ਼ਤ ਦਿਓ ਸ਼ੱਕਰ ਰੋਗੀਆਂ ਲਈ ਗੱਲ ਕਰਨਾ ਚਾਹਾਂਗੀ। ਜੀ ਬਿਲਕੁਲ ਮੈਂ ਸਵਾਲ ਤੇ ਆਉਣਾ ਸੀਗਾ ਕਿਉਂਕਿ ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਸੀਗੇ ਇਸ ਦੇ ਫਾਇਦੇ ਕਿੰਨੇ, ਬਿਮਾਰੀਆਂ ਵੀ ਤੁਸੀਂ ਗਿਣਵਾਈਆਂ ਕਿ ਕਿਸ ਤਰੀਕੇ ਨਾਲ ਕੋਲੇਸਟ੍ਰੋਲ ਦੇ ਵਿੱਚ, ਕੈਂਸਰ ਦੇ ਵਿੱਚ, ਅਲਸਰ ਦੇ ਵਿੱਚ ਸਹਾਇਤਕ ਜੋ ਹੈ ਉਹ ਸਾਬਤ ਹੋ ਸਕਦਾ ਹੈ ਕਿਉਂਕਿ ਹਾਲੇ ਰਿਸਰਚ ਆਨਗੋਇੰਗ ਹੈ। ਪਹਿਲਾਂ ਤਾਂ ਮੈਂ ਵੀ ਅੱਜ ਮੈਨੂੰ ਲੱਗਦਾ ਕਿ ਸ਼ਾਇਦ ਪਹਿਲੀ ਵਾਰ ਸੁਣ ਰਹੇ ਹਾਂ, ਜਿੰਨੇ ਅੱਜ ਸਾਡੇ ਦਰਸ਼ਕ ਵੇਖ ਰਹੇ ਹੋਣਗੇ ਉਹਨਾਂ ਚੋਂ ਕਈ ਦਰਸ਼ਕ ਅਜਿਹੇ ਹੋਣਗੇ ਜਿਹੜੇ ਸੁਣ ਕੇ ਇੱਕ ਵਾਰੀ ਸ਼ੌਕ ਹੋਏ ਹੋਣਗੇ ਕਿ ਕੈਕਟਸ, ਕਿਉਂਕਿ ਬਚਪਨ ਤੋਂ ਉਹੀਓ ਚੀਜ਼ਾਂ ਸੁਣਦੇ ਆਏ ਕਿ ਕੈਕਟਸ ਨੇੜੇ ਤੇੜੇ ਤਾਂ ਵੇਖਦੇ ਸੀਗੇ ਲੇਕਿਨ ਅਗਰ ਹੁੰਦੇ ਸੀ ਤਾਂ ਮਾਪੇ ਗੁੱਸਾ ਕਰਦੇ ਸੀ ਕਿ ਕੰਡੇ ਨੇ ਵਿੱਚ ਚੁੱਭ ਜਾਣਗੇ, ਤੁਸੀਂ ਦੂਰ ਰੋਜ਼ ਜ਼ਹਿਰ ਹੁੰਦਾ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਇਸ ਦੇ ਨੇੜੇ ਤੇੜੇ ਵੀ ਨਹੀਂ ਜਾਣਾ। ਸੋ ਕਈ ਵਾਰੀ ਉਹ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੁੰਦੀਆਂ ਕਿ ਜਿਹੜੇ ਸਾਡੇ ਆਲੇ ਦੁਆਲੇ ਹੁੰਦੀਆਂ ਨੇ ਕਿੰਨੀਆਂ ਫਾਇਦੇਮੰਦ ਹੁੰਦੀਆਂ ਨੇ ਸਾਡੀ ਸਿਹਤ ਦੇ ਲਈ, ਸਾਡੇ ਰੋਜ਼ ਦੀ ਜ਼ਿੰਦਗੀ ਦੇ ਲਈ ਕਿਸ ਤਰੀਕੇ ਨਾਲ ਇੱਕ ਵੱਡੀ ਭੂਮਿਕਾ ਅਦਾ ਕਰ ਸਕਦੀਆਂ ਨੇ, ਸਾਨੂੰ ਪਤਾ ਹੀ ਨਹੀਂ ਹੁੰਦਾ। ਸੋ ਤੁਸੀਂ ਜ਼ਿਕਰ ਕਰ ਰਹੇ ਹੋ ਨਾਗਫਨੀ ਦਾ, ਕੈਕਟਸ ਦਾ। ਜੇਕਰ ਅਸੀਂ ਇਹ ਗੱਲ ਕਰੀਏ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਪੇਸ਼ੈਂਟ, ਮੈਂ ਕਹੂੰਗੀ ਸਿਰਫ ਸੀਨੀਅਰ ਸਿਟੀਜ਼ਨ ਹੀ ਨਹੀਂ, ਇੱਕ ਯੰਗਸਟਰ ਵੀ, ਇੱਕ ਬੱਚਾ ਵੀ, ਅਸੀਂ ਡਾਇਬਟੀਜ਼ ਉਹਦੇ ਵਿੱਚ ਵੇਖ ਰਹੇ ਹਾਂ, ਮਿਗਰੇਨ ਦੀ ਪ੍ਰੋਬਲਮ ਅਸੀਂ ਬਹੁਤ ਜ਼ਿਆਦਾ ਵੇਖ ਰਹੇ ਹਾਂ ਖਾਸ ਕਰਕੇ ਨੌਜਵਾਨਾਂ ਦੇ ਵਿੱਚ, ਤੇ ਕੀ ਨਾਗਫਨੀ ਉਹਨਾਂ ਦੇ ਲਈ ਵੀ ਫਾਇਦੇਮੰਦ ਹੋਊਗੀ? ਹਾਂ ਬਿਲਕੁਲ, ਮੈਂ ਉਸ ਤੋਂ ਪਹਿਲਾਂ ਤੁਹਾਨੂੰ ਕਿਉਂਕਿ ਪਿੱਛੇ ਕੰਡਿਆਂ ਦਾ ਜ਼ਿਕਰ ਕੀਤਾ, ਜੀ ਕਿਤੇ ਆਪਣੇ ਪ੍ਰੋਗਰਾਮ ਤੋਂ ਬਾਅਦ ਸਿੱਧਾ ਕੋਈ ਜਾ ਕੇ ਇਹਨਾਂ ਦੇ ਪੱਤਿਆਂ ਨੂੰ ਹੱਥ ਪਾ ਲਵੇ ਤਾਂ ਇਹ ਕਈ ਵਾਰ ਜਾਨਲੇਵਾ ਸਾਬਤ ਹੋ ਜਾਂਦੇ ਨੇ, ਜਿਸ ਸਦਕਾ ਇਹ ਇਸ ਬਾਰੇ ਇਹ ਕੀਤਾ ਕਿਉਂਕਿ ਕੁਝ ਜ਼ਹਿਰੀ ਨੇ ਉਹ, ਕਿਉਂਕਿ ਕੰਡਾ ਜਦੋਂ ਚੁਭਦਾ ਜੇ ਕਈਆਂ ਦੇ ਬੜਾ ਸੀਵੀਅਰ ਰਿਐਕਸ਼ਨ ਕਰ ਸਕਦਾ ਜੇ, ਕਿਉਂਕਿ ਉਹ ਇੰਨੇ ਮਹੀਨ ਹੁੰਦੇ ਨੇ ਤਾਂ ਉੱਤੇ ਖੁਰਕ, ਲਾਲੀ, ਸੋਜ਼ਿਸ਼ ਇਹ ਕਾਫੀ ਹੋ ਜਾਂਦੀ ਹੈ, ਕਈਆਂ ਨੂੰ ਇੰਜੈਕਸ਼ਨ ਵੀ ਲਾਣੇ ਪੈ ਸਕਦੇ ਨੇ। ਇਸ ਕਰਕੇ ਇਹਦੇ ਸਪੈਸ਼ਲ ਮੋਟੇ ਗਲਵਜ਼ ਹੁੰਦੇ ਨੇ ਜਿਨ੍ਹਾਂ ਨਾਲ ਇਹਨਾਂ ਨੂੰ ਲਾਣਾ ਹੁੰਦਾ, ਪ੍ਰੋਪਰ ਹੋਲਡਿੰਗ ਉਹ ਜਿਹੜੇ ਹੁੰਦੇ ਨੇ ਕਸ ਜਿਨ੍ਹਾਂ ਨਾਲ ਇਹ ਫੜਿਆ ਜਾਂਦਾ, ਫਿਰ ਇਸੇ ਤਰ੍ਹਾਂ ਲੰਮਾ ਤਿੱਖਾ ਚਾਕੂ ਜਿਹਦੇ ਨਾਲ ਇਹਦਾ ਬਾਹਰਲੇ ਪੱਤਿਆਂ ਤੋਂ ਲਾਇਆ ਜਾਂਦਾ, ਕਿਉਂਕਿ ਜਿਹੜੇ ਅਸੀਂ ਹੁਣ ਨੁਕਤੇ ਦੱਸਾਂਗੇ ਅਜ਼ਮਾਏ ਹੋਏ, ਉਹ ਉਹਨਾਂ ਪੱਤਿਆਂ ਨੂੰ ਕਿਸ ਤਰੀਕੇ ਤੁਸੀਂ ਨੈਚੁਰਲ ਕੰਡੀਸ਼ਨਰ ਬਣਾ ਸਕਦੇ ਹੋ, ਉਹਦੇ ਬਾਹਰਲਾ ਛਿੱਲ ਕੇ ਤੇ ਕਿਵੇਂ ਉਹ ਮਿਕਸ ਕਰਨਾ ਹੈ। ਸੋ ਉਹਦੇ ਲਈ ਮੈਂ ਪਹਿਲਾਂ ਹੀ ਵਾਰਨਿੰਗ ਦੇ ਰਹੀ ਹਾਂ ਕਿ ਇਹ ਡਰਾਵਾ ਹੀ ਇਸ ਕਰਕੇ ਪਾਇਆ ਗਿਆ ਸੀ ਕਿ ਇਹਦੀਆਂ ਮੌਤ ਕਿਉਂਕਿ ਹੋਈ ਸੀ ਇਹਨਾਂ ਦੇ ਕੰਡਿਆਂ ਨਾਲ, ਤੋਂ ਬਹੁਤ ਕੇਅਰਫੁਲੀ ਇਹਨੂੰ ਵਰਤਣ ਦੀ ਲੋੜ ਹੁੰਦੀ ਹੈ। ਜੀ ਜਿੱਥੋਂ ਤੱਕ ਸ਼ੱਕਰ ਰੋਗੀਆਂ, ਦੇਖੋ ਰੈਗੂਲਰ ਦਵਾਈ ਖਾਣੀ ਸ਼ੱਕਰ ਰੋਗੀਆਂ ਲਈ ਬਹੁਤ ਅਹਿਮ ਹੈ। ਜੇ ਇਨਸੂਲਿਨ ਘਟੀ ਤੁਹਾਡੀ ਕਾਫੀ ਹੋਈ ਹੈ ਤਾਂ ਫਿਰ ਤੁਹਾਨੂੰ ਬਾਹਰੋਂ ਇਨਸੂਲਿਨ ਦੇਣੀ ਪੈ ਸਕਦੀ ਹੈ। ਉਹ ਵੀ ਵਕਤੋਂ ਵਕਤ ਹੁੰਦਾ ਕਿ ਤੁਹਾਡਾ ਸਰੀਰ ਇਨਸੂਲਿਨ ਰੈਜ਼ਿਸਟੈਂਟ ਹੋ ਚੁੱਕੀ ਹੈ ਜਾਂ ਕਿਸ ਤਰੀਕੇ ਦਾ, ਉਸੇ ਹਿਸਾਬ ਨਾਲ ਕਿ ਦਵਾਈ ਨਾਲ ਕੰਟਰੋਲ ਹੋ ਸਕਦਾ ਹੈ, ਜੇ ਨਹੀਂ ਤਾਂ ਛੇਤੀ ਇਨਸੂਲਿਨ ਤੇ ਆ ਜਾਣਾ ਚਾਹੀਦਾ ਹੈ। ਜੇ ਕੰਟਰੋਲ ਨਹੀਂ ਮਾਤਰਾ ਆ ਰਹੀ ਤਾਂ ਉਹ ਦਵਾਈ ਕਿਸੇ ਵੀ ਹਾਲ ਵਿੱਚ ਛੱਡਣੀ ਨਹੀਂ। ਨਾਗਫਨੀ ਦੇ ਜਿੰਨੇ ਵੀ ਟੈਸਟ ਕੀਤੇ ਗਏ ਸੀ ਡਾਇਬਟਿਕ ਪੇਸ਼ੈਂਟਸ ਤੇ, ਉਹ ਇਸ ਕਰਕੇ ਕੀਤੇ ਗਏ ਕਿ ਦੇਖਿਆ ਗਿਆ ਸੀ ਜਦੋਂ ਨਾਗਫਨੀ ਦੋਨੋਂ ਵੱਧ ਖਾ ਲਈ ਜਾਏ, ਯਾਨੀ 3-4 ਕੱਪ ਜੇ ਤੁਸੀਂ ਭਰੇ ਹੋਏ ਕੱਟੇ ਫਲ ਖਾ ਗਏ, ਦੇਖਣ ਵਿੱਚ ਆਇਆ ਕਿ ਸ਼ੂਗਰ ਦੀ ਮਾਤਰਾ ਲਹੂ ਵਿੱਚ ਕਾਫੀ ਜ਼ਿਆਦਾ ਘਟ ਗਈ। ਜਦੋਂ ਫਿਰ ਇਸੇ ਲਈ ਟੈਸਟ ਕੀਤਾ ਗਿਆ ਕਿ ਜੇ 1 ਕੱਪ ਨਾਗਫਨੀ ਤੁਸੀਂ ਹਫ਼ਤੇ ਵਿੱਚ 3 ਵਾਰ ਵੀ ਜਿਹੜੇ ਡਾਇਬਟਿਕਸ ਨੇ ਉਹ ਰੈਗੂਲਰ ਲੈਂਦੇ ਨੇ, ਤਾਂ ਉਹਨਾਂ ਦੀ ਦਵਾਈਆਂ ਦੇ ਨਾਲ ਜੋ ਅਨਕੰਟਰੋਲਡ ਸ਼ੂਗਰ ਜਾਰੀ ਹੋਵੇ ਜਾਂ ਬਹੁਤ ਥੋੜੀ ਜਿਹੀ ਸਟਾਰਟਿੰਗ ਵਿੱਚ ਤੁਹਾਡੀ ਸ਼ੂਗਰ ਯਾਨੀ ਕਿ ਡਾਇਬਟੀਜ਼ ਪ੍ਰੋਪਰ ਕਹਿ ਲਓ ਕਿ ਹੋਈ ਨਹੀਂ ਹੋ ਰਹੀ ਹੈ, ਕੀ ਡਾਇਬਟਿਕ ਹੋ, ਤਾਂ ਤੁਹਾਡੀ ਸ਼ੂਗਰ ਕੰਟਰੋਲ ਕਾਫੀ ਸੋਹਣੀ ਇਹਦੇ ਨਾਲ ਹੋ ਸਕਦੀ ਹੈ ਇਹ ਰੈਗੂਲਰ ਲੈਂਦੇ। ਤੇ ਜੇ ਹੋ ਚੁੱਕੀ ਜੇ ਟ੍ਰੀਟਮੈਂਟ ਤੇ ਉਹ ਟ੍ਰੀਟਮੈਂਟ ਦੇ ਨਾਲ ਵੀ ਲੈਂਦੇ ਰਹੋ ਤਾਂ ਲਹੂ ਵਿੱਚ ਜਿਹੜੀ ਇੱਕਦਮ ਵਧਣੀ ਜਾਂ ਘਟਣੀ ਮਾਤਰਾ ਤੁਹਾਡੀ ਕਾਬੂ ਵਿੱਚ ਰਹਿ ਸਕਦੀ ਹੈ। ਬਿਲਕੁਲ ਇੰਝ ਹੀ ਇਮਿਊਨਿਟੀ ਲਈ ਜੇ ਤੁਹਾਡੇ ਡਾਇਬਟਿਕਸ ਵਿੱਚ ਅਸਲ ਇਨਫੈਕਸ਼ਨ ਕਾਫੀ ਛੇਤੀ ਹੋ ਜਾਂਦੀ ਹੈ ਤਾਂ ਉਹ ਇਮਿਊਨਿਟੀ ਵੀ ਇਹ ਵਧਾ ਦਿੰਦਾ, ਛੇਤੀ ਇਨਫੈਕਸ਼ਨ ਨਹੀਂ ਹੋਣ ਦਿੰਦਾ। ਇਸੇ ਲਈ ਐਜ਼ ਮੈਂ ਜਿਵੇਂ ਦੱਸਿਆ ਸੀ ਕਿ ਜਦੋਂ ਕੋਵਿਡ ਦੌਰਾਨ ਇਹਨੂੰ ਇੱਕ ਇਮਿਊਨਿਟੀ ਬੂਸਟਰ ਵਜੋਂ ਕਾਫੀ ਇਹਦੀ ਸੇਲ ਹੋਈ। ਹੁਣ ਤੱਕ ਹੁਣ ਤੁਸੀਂ ਕਿਉਂਕਿ ਜ਼ਿਕਰ ਕੀਤਾ ਮਾਈਗ੍ਰੇਨ ਲਈ, ਕੁਝ ਏਰੀਆ ਜਿਹਨੂੰ ਮਾਈਗ੍ਰੇਨ ਕਹਿੰਦੇ ਨੇ, ਕੁਝ ਮੁਲਕਾਂ ਵਿੱਚ ਮਾਈਗ੍ਰੇਨ, ਤਾਂ ਦੋਨੋਂ ਹੀ ਲਫ਼ਜ਼ ਦਿੰਦੇ ਆ। ਉਹ ਲੰਚ ਕੇ ਬ੍ਰਿਟਿਸ਼ ਤੁਸੀਂ ਬੋਲ ਰਹੇ ਹੋ, ਅਮਰੀਕਨ ਉਹਦੇ ਹਿਸਾਬ ਨਾਲ ਇਹ ਚੇਂਜ ਹੋ ਜਾਂਦਾ। ਇਸ ਦੀ ਵਰਤੋਂ ਜਦੋਂ ਅੱਧੇ ਸਿਰ ਦੀ ਪੀੜ ਹੋ ਰਹੀ ਹੋਵੇ ਤਾਂ ਬਹੁਤੀ ਵਾਰ ਇਹਦਾ ਕਾਰਨ ਸਟ੍ਰੈਸ ਹੀ ਹੁੰਦਾ, ਤਣਾਅ। ਸੋ ਉਹ ਵਿੱਚ ਜੋ ਦੇਖਿਆ ਗਿਆ ਖੋਜਾਂ ਵਿੱਚ
ਕਿ ਤੁਸੀਂ ਕੋਈ ਵੀ ਗਲੂਕੋਜ਼ ਦੀਆਂ ਪੁੜੀਆਂ ਜਾਂ ਕੁਝ ਵੀ ਘੋਲ ਕੇ ਵੀ ਕਹਿ ਕੇ ਕਿ ਬੜੀ ਜ਼ਬਰਦਸਤ ਦਵਾਈ ਇਹ ਖਾਂਦੇ ਸਾਰ ਆਰਾਮ ਆ ਜਾਣਾ, ਤਾਂ ਬਹੁਤ ਸਾਰੇ ਕੇਸਿਸ ਵਿੱਚ ਦੇਖਿਆ ਗਿਆ ਕਿ ਉਸ ਚੀਜ਼ ਨਾਲ ਵੀ ਲੋਕਾਂ ਨੂੰ ਆਰਾਮ ਆਇਆ ਦਿਸਿਆ। ਯਾਨੀ ਅਸਲ ਦਵਾਈ ਨਾ ਦੇ ਕੇ ਵੀ ਇਹ ਜਦੋਂ ਦਿੱਤੀ ਗਈ ਤਾਂ ਉਹ ਗਲੂਕੋਜ਼ ਜਾਂ ਕਿਸੇ ਇਹੋ ਜਿਹੀ ਦਵਾਈ ਨਾਲ ਵੀ ਉਹਨਾਂ ਨੂੰ ਲੱਗਿਆ ਕਿ ਹਾਂਜੀ ਸਿਰਫ ਠੀਕ ਹੈ। ਤੇ ਇੱਕ ਗੱਲ ਤਾਂ ਸਮਝਣ ਦੀ ਲੋੜ ਹੈ, ਆਪਣਾ ਤਣਾਅ ਜੋ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਿੰਦੀਆਂ, ਜਦੋਂ ਉਹ ਘਟਾਓਗੇ ਤਾਂ ਅੱਧੀਆਂ ਬਿਮਾਰੀਆਂ ਵੈਸੇ ਹੀ ਠੀਕ ਹੋ ਜਾਂਦੀਆਂ। ਫਿਰ ਵੀ ਨਾਗਫਨੀ ਵਿੱਚ ਇੱਕ ਖਾਸ ਚੀਜ਼ ਹੁੰਦੀ ਜੇ ਜਿਹਨੂੰ ਇੰਡਿਕਾ ਜ਼ੈਂਥੀਨ ਕਿਹਾ ਜਾਂਦਾ ਜੀ। ਇਹ ਤੁਹਾਡੀ ਨਸਾਂ ਜੋ ਇੱਕਦਮ ਟਸ ਕਰਦੀਆਂ ਤੁਹਾਨੂੰ ਕਰਦੀਆਂ ਨੇ ਦਰਦ, ਜਦੋਂ ਇੱਕਦਮ ਮਾਈਗ੍ਰੇਨ ਹੁੰਦਾ ਉਦੋਂ ਇਹ ਚੀਜ਼ ਤੁਹਾਡੀ ਉਸ 'ਚ ਇੱਕਦਮ ਆਰਾਮ ਦੇ ਦਿੰਦੀ ਹੈ। ਸੋ ਤੁਸੀਂ ਜੇ ਰੈਗੂਲਰ ਦਵਾਈਆਂ ਤੋਂ ਬਚਣਾ ਚਾਹੁੰਦੇ ਹੋ, ਇਸ ਤਰ੍ਹਾਂ ਦੀ ਸਿਰ ਪੀੜ ਤੋਂ ਤੁਸੀਂ ਸੌਖਿਆਂ ਆਰਾਮ ਲੈ ਸਕਦੇ ਹੋ। ਦਿਲ ਵਾਸਤੇ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਬਿਹਤਰੀਨ ਹੈ। ਦਿਲ ਦਾ ਮਾਮਲਾ ਹੈ ਕਿ ਤੁਹਾਡਾ ਕੋਲੈਸਟਰੋਲ ਵੀ ਠੀਕ ਹੈ ਜੀ, ਤੁਹਾਡੇ ਇਹਦੇ ਵਿੱਚ ਅਸਲ ਵਿੱਚ ਪਲੇਟਲੈਟ ਸੈੱਲਾਂ ਨੂੰ ਚਿਪਕਣ ਵੀ ਨਹੀਂ ਦਿੰਦਾ, ਸੋ ਤੁਹਾਡੀਆਂ ਨਸਾਂ ਵੀ ਰਵਾਂ ਰੱਖਦਾ, ਕਿਉਂਕਿ ਇਸ 'ਚ ਫਲੇਵੋਨੋਇਡ ਨੇ ਜੋ ਤੁਹਾਨੂੰ ਇਸ ਪੱਖੋਂ ਬਚਾਉਂਦੇ ਨੇ ਕਿ ਪਲੇਟਲੈਟ ਨਾੜੀਆਂ 'ਚ ਚਿਪਕ ਕੇ ਰੋਕਾ ਨਹੀਂ ਬਣਾਉਂਦੇ। ਸੋ ਦਿਲ ਲਈ ਬਿਹਤਰੀਨ ਹੋ ਗਿਆ। ਤੇ ਇਹਦੇ ਨਾਲੋਂ ਨਾਲ ਜੋੜਾਂ ਲਈ ਵੀ, ਕਿਉਂਕਿ ਇਹਦੇ ਵਿੱਚ ਸੋਜ਼ਿਸ਼ ਘਟਾਉਣ ਵਾਲੇ ਵੀ ਅੰਸ਼ ਨੇ ਜੋ ਜੋੜਾਂ ਤੇ ਪੱਠਿਆਂ ਨੂੰ ਸਿਹਤਮੰਦ ਰੱਖਦੇ ਨੇ। ਜਿਹਨਾਂ ਤੇ ਸਰਚ ਹੋਈ ਸੀਗੀ ਉਹ ਰੂਮੇਟੋਇਡ ਵਿੱਚ ਵੀ, ਆਸਟੀਓਆਰਥਰਾਈਟਿਸ ਵਿੱਚ ਵੀ, ਸਾਰਿਆਂ 'ਚ ਮੈਂ ਫਿਰ ਦੁਹਰਾ ਦਿਆਂ ਕਿ ਤੁਸੀਂ ਉਹਦੇ ਵਿੱਚ ਆਪਣੀ ਲੋੜੀਂਦੀ ਦਵਾਈ ਜ਼ਰੂਰ ਲੈਣੀ ਹੈ, ਕਸਰਤ ਜ਼ਰੂਰ ਕਰਨੀ ਹੈ। ਸੰਤੁਲਿਤ ਖੁਰਾਕ ਦੇ ਵਿੱਚ ਇਹਨੂੰ ਸ਼ਾਮਲ ਕਰਨ ਨਾਲ ਤੁਹਾਨੂੰ ਫਾਇਦਾ, ਜਦੋਂ ਕੰਪੈਰੀਟਿਵ ਸਟੱਡੀਜ਼ ਕੀਤੀਆਂ ਗਈਆਂ, ਇਹਦੇ ਨਾਲ ਵੱਧ ਹੁੰਦਾ ਦਿਸਿਆ ਸੀ, ਜਿਸ ਕਾਰਨ ਮੰਨਿਆ ਗਿਆ ਕਿ ਨਾਗਫਨੀ ਇਹ ਚੀਜ਼ਾਂ ਲਈ ਬਹੁਤ ਵਧੀਆ ਜੀ। ਹੁਣ ਮਾਹਵਾਰੀ ਤੋਂ ਪਹਿਲਾਂ ਦੀਆਂ ਤਕਲੀਫਾਂ ਲਈ ਬਾਕਮਾਲ ਦੇ ਨਾਗਫਨੀ। ਹੁਣ ਤੱਕ ਕਿਸੇ ਵੀ ਵਾਸਤੇ ਅਜੇ ਇਹ ਸ਼ਬਦ ਨਹੀਂ ਸੀ ਵਰਤਿਆ, ਪਰ ਜਿਸ ਨੂੰ ਪ੍ਰੀ ਮੈਂਸਟਰਲ ਜਿਹੜਾ ਟੈਂਸ਼ਨ ਹੁੰਦੀਆਂ ਹੋਣ ਉਹਦੇ ਲਈ ਇਹਦੇ 'ਚ ਪ੍ਰੋਸਟਾਗਲੈਂਡਿਨ ਦੀ ਇਹ ਮਾਤਰਾ ਘਟਾ ਦਿੰਦਾ। ਯਾਨੀ ਕਿ ਇੱਕ ਸਾਡੇ ਕੋਲ ਜੋ ਪ੍ਰਤੱਖ ਸਬੂਤ ਮਿਲੇ ਨੇ, ਸੋ ਉਹਦੇ ਕਾਰਨ ਇਹ ਇਮੀਡੀਏਟਲੀ ਤੁਹਾਡੀਆਂ ਮਸਲਸ ਰਿਲੈਕਸ ਤੇ ਉੱਥੇ ਤੁਹਾਨੂੰ ਆਰਾਮ ਦਵਾ ਦਿੰਦਾ। ਸੋ ਉਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਉਹਦੇ ਵਿੱਚ, ਕਿਉਂਕਿ ਆਰਾਮ ਜਿਹੜਾ ਮਿਲ ਜਾਂਦਾ ਹੈ, ਉਸ ਕਾਰਨ ਅਸੀਂ ਜਿਹੜਾ ਪ੍ਰੀ ਮੈਂਸਟਰਲ ਜਿਸ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੋਵੇ ਉਹਨਾਂ ਨੂੰ ਕਹਿੰਦੇ ਆ ਕਿ ਨਾਗਫਨੀ ਇੱਕ ਕੱਪ ਤੁਸੀਂ ਜੇ ਉਹਨਾਂ ਦਿਨਾਂ ਵਿੱਚ ਖਾਣਾ ਸ਼ੁਰੂ ਕਰ ਦਿਓ, ਯਾਨੀ ਜੇ ਤੁਹਾਨੂੰ ਪਤਾ ਐਗਜ਼ੈਕਟ ਡੇਟ ਇਹ ਹੈ ਤੇ ਉਸ ਤੋਂ ਤੁਸੀਂ ਪਹਿਲਾਂ ਜੇ ਸਟਾਰਟ ਕਰ ਦਿਓ, 2 ਦਿਨ ਪਹਿਲਾਂ ਲੈ ਲਵੋ, ਤਾਂ ਤੁਹਾਨੂੰ ਇਮੀਡੀਏਟ ਰਿਲੀਫ ਇਹ ਸਾਬਤ ਹੋ ਚੁੱਕੀਆਂ ਨੇ ਖੋਜਾਂ ਵਿੱਚ ਕਿ ਤੁਹਾਨੂੰ ਫਾਇਦਾ ਦੇ ਦਿੰਦਾ। ਬਿਲਕੁਲ ਇਸੇ ਤਰ੍ਹਾਂ ਦੰਦਾਂ ਲਈ ਜੋ ਸਾਬਤ ਹੋਈਆਂ ਹੁਣ ਖੋਜਾਂ, ਮੈਂ ਉਹਨਾਂ ਤੇ ਆ ਰਹੀ ਹਾਂ ਜੀ, ਕਿ ਕੁਝ ਤਾਂ ਚੂਹਿਆਂ ਦੇ ਉੱਤੇ ਹੋਈਆਂ ਖੋਜਾਂ ਸੀ ਜੋ ਕੈਂਸਰ ਲਈ ਖਾਸ ਤੌਰ ਤੇ ਗੱਲ ਕੀਤੀ। ਇਹਦੇ ਵਿੱਚ ਹਾਲਾਂਕਿ ਥੋੜਾ ਜੇ ਪਰ ਹੈ ਜ਼ਰੂਰ ਕੈਲਸ਼ੀਅਮ 30 ਮਿਲੀਗ੍ਰਾਮ ਇਸ 'ਚ ਆ ਜਾਂਦਾ ਜੇ, ਤੇ ਹੋਰ ਵੀ ਇਹਦੇ ਵਿੱਚ ਕਾਫੀ ਕੁਝ ਇਹਨਾਂ ਦੇ ਜੇ ਐਡੀਸ਼ਨਲ, ਜਿਨ੍ਹਾਂ 'ਚ ਦੰਦਾਂ ਦੀਆਂ ਕੋੜਾਂ ਹੁੰਦੀਆਂ ਹੋਣ ਰੈਗੂਲਰ, ਤਾਂ ਉਹਨਾਂ ਨੂੰ ਕੈਲਸ਼ੀਅਮ ਵੀ, ਵਿਟਾਮਿਨ D3 ਵੀ ਉਹ ਰੈਗੂਲਰ ਜੇ ਲੈਂਦੇ ਰਹਿਣ ਖੁਰਾਕ ਵਿੱਚ, ਤੇ ਨਾਲ ਨਾਗਫਨੀ ਜੇ ਐਡ ਆਨ ਕਰ ਦਿੱਤੀ ਜਾਵੇ ਤਾਂ ਇਹ ਦੇਖਿਆ ਗਿਆ ਕਿ ਇਹਨਾਂ ਬੱਚਿਆਂ ਦੇ ਵਿੱਚ ਕੋੜਾਂ ਘੱਟ ਹੁੰਦੀਆਂ। ਸੋ ਇਹ ਤਾਂ ਲਈ ਵੀ ਵਧੀਆ ਜੇ, ਪਰ ਜਿਹੜਾ ਇਹਦੇ ਲਈ ਨਹੁੰ, ਚਮੜੀ ਤੇ ਵਾਲ, ਉਹ ਤੇ ਬਾਕਮਾਲ। ਬਿਲਕੁਲ, ਅਸੀਂ ਉਹਦੇ ਫਾਇਦੇ ਵੀ ਜਾਣਨ ਦੀ ਤੁਹਾਡੇ ਤੋਂ ਜ਼ਰੂਰ ਅਸੀਂ ਕਵਾਂਗੇ ਕਿ ਉਹਦੇ ਫਾਇਦੇ ਵੀ ਅਸੀਂ ਜਾਣਨੇ, ਕਿਉਂਕਿ ਅੱਜ ਕੱਲ੍ਹ ਦਾ ਤਾਂ ਮੇਨ ਮੁੱਦਾ ਹੈ, ਖਾਸ ਕਰਕੇ ਕੁੜੀਆਂ ਹੀ ਨਹੀਂ, ਮੈਂ ਜ਼ਿਕਰ ਕਰਾਂਗੀ ਮੁੰਡੇ ਵੀ ਬਹੁਤ ਜ਼ਿਆਦਾ ਆਪਣੇ ਆਪ ਨੂੰ ਲੈ ਕੇ ਸੀਰੀਅਸ ਔਰ ਕਹਿ ਲਿਆ ਜਾਵੇ ਕਿ ਸੈਂਸਿਟਿਵ ਹੋਏ ਨੇ ਕਿ ਸਕਿਨ ਸਾਡੀ ਸ਼ਾਈਨ ਕਰਨੀ ਚਾਹੀਦੀ ਹੈ। ਜਿਹੜੇ ਏਜਿੰਗ ਫੈਕਟਰਸ ਨੇ, 30 ਸਾਲ ਦੀ ਉਮਰ ਤੋਂ ਬਾਅਦ ਇੱਕ ਏਜਿੰਗ ਫੈਕਟਰਸ ਝਲਕਣੇ ਸ਼ੁਰੂ ਹੋ ਜਾਂਦੇ ਨੇ ਕਈ ਵਾਰ। ਅੱਜ ਕੱਲ੍ਹ ਤਾਂ ਸਟ੍ਰੈਸ ਦਾ ਇੰਨਾ ਮਾਹੌਲ ਹੈ ਕਿ ਉਸ ਤੋਂ ਪਹਿਲਾਂ ਵੀ ਝਲਕਣੇ ਸ਼ੁਰੂ ਹੋ ਜਾਂਦੇ ਨੇ। ਸੋ ਕਿਸ ਤਰੀਕੇ ਦੇ ਨਾਲ ਵਾਲਾਂ ਨੂੰ ਗ੍ਰੇ ਹੋਣ ਤੋਂ ਬਚਾਇਆ ਜਾ ਸਕਦਾ ਹੈ, ਵਾਲਾਂ ਨੂੰ ਝੜਨ ਤੋਂ ਬਚਾਇਆ ਜਾ ਸਕਦਾ ਹੈ, ਸਕਿਨ ਨੂੰ ਆਪਣੇ ਕਿਸ ਤਰੀਕੇ ਦੇ ਨਾਲ ਇੱਕ ਪਰਫੈਕਟ ਸਕਿਨ ਤਰੀਕੇ ਨਾਲ ਕਿਸ ਤਰੀਕੇ ਨਾਲ ਰੱਖਿਆ ਜਾ ਸਕਦਾ ਹੈ, ਕਿਉਂਕਿ ਤੁਸੀਂ ਬਿਮਾਰੀਆਂ ਤਾਂ ਦੱਸ ਰਹੇ ਹੋ, ਉਹ ਤਾਂ ਰੋਜ਼ਮਰਾ ਦੀ ਹੁਣ ਜ਼ਿੰਦਗੀ ਬਣ ਗਈ, ਕਿਤੇ ਨਾ ਕਿਤੇ ਪਾਰਟ ਬਣ ਚੁੱਕਿਆ ਹਰ ਕਿਸੇ ਦੀ ਲਾਈਫ ਦਾ। ਸੋ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਫਾਇਦੇਮੰਦ ਹੋ ਸਕਦੀ ਹੈ ਤੁਸੀਂ ਦੱਸਿਆ ਡਾਕਟਰ ਜੀ, ਲੇਕਿਨ ਅਗਰ ਵਾਲਾਂ ਤੇ ਚਮੜੀ ਦਾ ਗੱਲ ਕੀਤੀ ਜਾਵੇ, ਸਕਿਨ ਦੀ ਗੱਲ ਕੀਤੀ ਜਾਵੇ, ਉਹਦੇ ਲਈ ਵੀ ਫਾਇਦੇਮੰਦ ਹੈ। ਦੇਖੋ, ਜਿਹੜੇ ਤੁਸੀਂ ਨੇਲ
ਅੱਜ ਕੱਲ ਤਾਂ ਖੈਰ ਉਹਨਾਂ ਲਈ ਤੁਸੀਂ ਕਹਿ ਲਓ ਕਿ ਉਹ ਵੀ ਲੱਖਾਂ ਹਜ਼ਾਰਾਂ ਲੱਖਾਂ ਜੀ। ਦਾ ਬਣ ਚੁੱਕਿਆ, ਨੇਲ ਆਰਟ ਤੇ ਨੇਲ ਕੇਅਰ। ਰਾਈਟ। ਤਾਂ ਧਿਆਨ ਨਾਲ ਦੇਖੋਗੇ ਨਾ, ਉਸ ਚ 80% ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਇਹੀ ਇਸੇ ਨਾਗਫਨੀ ਦਾ ਹੀ ਹਿੱਸਾ ਪੈਂਦਾ, ਕਿਉਂਕਿ ਇਹਦੇ ਵਿੱਚ ਕੁਦਰਤੀ ਲਿਨੋਲਿਨਿਕ ਐਸਿਡ, ਓਲਿਕ ਐਸਿਡ, ਪਾਲਮਿਟਿਕ ਐਸਿਡ, ਇਹਨਾਂ ਸਮੇਤ ਹੋਰ ਕਈ ਤਰ੍ਹਾਂ ਦੇ ਫੈਟੀ ਐਸਿਡਸ ਨੇ ਜਿਹੜੇ ਨਹੁੰਆਂ ਨੂੰ ਕੁਦਰਤੀ ਤੌਰ ਤੇ ਨਰਮ ਤੇ ਉਹਨਾਂ ਨੂੰ ਬੜੇ ਲਿਸ਼ਕਵੇਂ ਤੇ ਵਧੀਆ ਨਾਰਮਲ ਨੈਚੁਰਲੀ ਬਣਾ ਦਿੰਦਾ ਕੁਦਰਤੀ ਤਰੀਕੇ। ਜੀ। ਇਹ ਵੀ ਤੁਸੀਂ ਇਹ ਨਹੁੰਆਂ ਤੇ ਲਾਉਣ ਵਾਲੀਆਂ ਕਰੀਮਾਂ ਦੇਖੋਗੇ ਨਾ, ਉਹਨਾਂ ਦੇ ਵਿੱਚ ਅੰਸ਼ ਇਹੀ ਪਿਆ ਹੁੰਦਾ ਜੇ। ਤੇ ਜੇ ਕੁਦਰਤੀ ਤਰੀਕੇ ਇਹਨੂੰ ਲੈ ਕੇ ਰੱਖ ਲਓ ਤੇ ਆਪ ਹੀ ਰੈਗੂਲਰ ਥੋੜਾ ਜਿਹਾ ਟੱਚ ਕਰਦੇ ਰਹੋ, ਨਹੁੰ ਕੁਦਰਤੀ ਤੌਰ ਤੇ ਵੀ ਤੁਹਾਡੇ ਗੁਲਾਬੀ ਭਾਅ ਵੀ ਹੌਲੀ ਹੌਲੀ ਆ ਜਾਏਗੀ, ਤੇ ਉਹ ਇੰਨੇ ਖੂਬਸੂਰਤ ਛੇਤੀ ਟੁੱਟਣਗੇ ਵੀ ਨਹੀਂ, ਤੇ ਬਹੁਤ ਯਾਨੀ ਸ਼ਾਈਨੀ, ਜੋ ਕਿ ਪ੍ਰੂਵ ਹੋ ਚੁੱਕੀ ਚੀਜ਼ ਹੈ, ਜੀ। ਕਿਉਂਕਿ ਵਿਟਾਮਿਨ ਈ ਵੀ ਹੈ। ਤੋ ਚਮੜੀ ਤੇ ਝੁਰੜੀਆਂ ਜੇ ਲੇਟ ਪਾਉਣੀਆਂ ਜੇ ਤਾਂ ਹਮ। ਇਹਦੀ ਵਰਤੋਂ ਜ਼ਰੂਰ ਕਰਨੀ ਪੈਣੀ ਹੈ। ਬੈਸਟ ਦਾ ਤਰੀਕਾ ਖਾਣ ਦਾ ਹੀ ਹੁੰਦਾ ਜੇ, ਜੀ ਪਰ ਲਗਾਓ ਬਿਲਕੁਲ। ਕੀ ਮੈਂ ਢੰਗ ਤਰੀਕੇ ਜ਼ਰੂਰ ਤੁਹਾਨੂੰ ਦੱਸਾਂਗੀ, ਐਵੇਂ ਹੀ ਨਾ ਸਿੱਧਾ ਮੰਨ ਲਿਓ, ਉਹਦੀ ਪ੍ਰੋਬਲਮਸ ਵੀ ਹੋ ਸਕਦੀਆਂ। ਜੀ। ਤਾਂ ਜਿਹੜੀ ਸਟੱਡੀ ਹੋਈ ਸੀ ਸੋਰਾਇਸਿਸ ਤੇ ਡਰਮੇਟਾਈਟਸ ਵਿੱਚ, ਇਹਦਾ ਰਸ ਕੱਢ ਕੇ ਲਾ ਕੇ ਦੇਖਿਆ ਗਿਆ ਸੀ, ਜਿਸ ਦੇ ਨਾਲ ਬਹੁਤ ਫਾਇਦਾ ਹੋਇਆ ਲੱਭਿਆ ਸੀ, ਕਿਉਂਕਿ ਕੁਦਰਤੀ ਆਇਲ ਜਿਹਦੇ ਵਿੱਚ ਜੋ ਨੇ ਉਹ ਹੋਰ ਹਮ। ਕਿਸੇ ਵਿੱਚ ਨਹੀਂ ਨੇ। ਇਸੇ ਤਰ੍ਹਾਂ ਦਾਗ ਘਟਾਉਣ ਲਈ, ਲਚਕ ਇਹਦੀ ਬਰਕਰਾਰ ਰੱਖਣ ਲਈ, ਜ਼ਖਮ ਛੇਤੀ ਭਰਨ ਲਈ, ਜਾਂ ਜਿਹੜੇ ਅੱਖਾਂ ਹੇਠਲੇ ਜਿਹੜੇ ਕਾਲੇ ਘੇਰੇ ਤੁਸੀਂ ਦੇਖਦੇ ਹੋਵੋਗੇ ਜੀ। ਉਹਨਾਂ, ਖਾਸ ਤੌਰ ਤੇ ਇਹਦਾ ਬਹੁਤ ਫਾਇਦਾ ਜੇ ਪ੍ਰੋਵਾਈਡਡ, ਮੈਂ ਫਿਰ ਕਹਿ ਦਿਆਂ, ਤਣਾਅ ਛੰਡਿਆ ਜਾਵੇ, ਕਿਉਂਕਿ ਹਮ। ਉਹਦੀ ਇਹਨੂੰ ਇਹ ਕਾਟ ਨਹੀਂ ਕਰ ਸਕਦਾ। ਤੇ ਜੇ ਤੁਸੀਂ ਸਟ੍ਰੈਸ ਲਗਾਤਾਰ ਲੈਂਦੇ ਹੋ, ਹਮ। ਫਿਰ ਇਹਦੇ ਤੋਂ ਫਾਇਦਾ ਨਹੀਂ ਮਿਲ ਸਕਦਾ। ਸੋ ਸਟ੍ਰੈਸ ਮੈਨੇਜਮੈਂਟ ਦੇ ਨਾਲੋਂ ਨਾਲ ਇਹ ਵਰਤਿਆ ਗਿਆ ਸੀ, ਜਿਨ੍ਹਾਂ ਵੀ ਥਾਵਾਂ ਤੇ ਟਰਾਈ ਕੀਤੀ ਗਈ, ਉਹ ਟਰਾਇਲ ਬਹੁਤ ਸਕਸੈਸਫੁਲ ਹੋਈਆਂ ਨੇ। ਇਹਦੇ ਵਿੱਚ ਅਸਲ 'ਚ, ਕਿਉਂਕਿ ਇਹ ਜਦੋਂ ਵਾਲਾਂ ਲਈ ਵਰਤਿਆ ਜਾਂਦਾ, ਜਿਵੇਂ ਮੈਂ ਜ਼ਿਕਰ ਕਰਨ ਲੱਗੀ ਹਾਂ ਕਿਵੇਂ, ਉਹਦੇ ਹਮ। ਵਿੱਚ ਕਿਉਂਕਿ ਇਹ ਲਹੂ ਦੀ ਕਮੀ ਵੀ ਪੂਰੀ ਕਰਦਾ ਹੈ, ਰਵਾਂ ਵੀ ਕਰਦਾ ਹੈ, ਜਿਹੜੀ ਲਹੂ ਦੇ ਵਿੱਚ ਰਵਾਨੀ ਤੋਂ ਉਹ ਜੜ੍ਹਾਂ ਮਜ਼ਬੂਤ ਕਰ ਦਿੰਦਾ ਹੈ। ਉਹਦੇ ਨਾਲ ਇਹਦੇ ਵਿੱਚ ਜਿਵੇਂ ਮੈਂ ਦੱਸਿਆ, ਫੈਟੀ ਐਸਿਡ, ਮਿਨਰਲਸ, ਵਿਟਾਮਿਨ ਏ, ਈ, ਕੇ, ਬਹੁਤ ਕੁਝ ਤੇ ਜੋ ਤੁਹਾਡੇ ਵਾਲ ਝੜਨ ਤੋਂ ਵੀ ਰੋਕਦਾ ਹੈ, ਛੇਤੀ ਚਿੱਟੇ ਵੀ ਨਹੀਂ ਹੋਣ ਦਿੰਦਾ, ਤੇ ਲਚਕੀਲੇ ਵੀ ਰੱਖਦਾ ਹੈ, ਯਾਨੀ ਲਿਸ਼ਕ ਵੀ ਬਰਕਰਾਰ ਰੱਖਦਾ ਹੈ। ਹੁਣ ਮੈਂ ਤੁਹਾਨੂੰ ਘਰੇਲੂ ਨੁਸਖਾ ਦੱਸਦੀ, ਕਿਉਂਕਿ ਇਹਦੇ ਬਹੁਤ ਸਾਰੇ ਕੰਡੀਸ਼ਨਰ, ਸ਼ੈਂਪੂਜ਼ ਇਹਦੇ ਬਣ ਕੇ ਆ ਚੁੱਕੇ ਨੇ, ਜੋ ਈਵਨ 90 ਜਾਂ $120 ਤੱਕ ਦੇ ਬਹੁਤ ਮਹਿੰਗੇ ਜੇ। ਹਮ। ਟਕੀਲਾ ਦਾ ਦੱਸਿਆ ਕਿ ਉਹਦੀ ਜੀ। ਕਰਮਾਂ ਇਸੇ ਤਰ੍ਹਾਂ ਵਾਲਾਂ ਲਈ ਘਰੇਲੂ ਨੁਸਖਾ ਦੱਸ ਦਿੰਨੀ ਆ ਜੀ। ਕਿ ਦੋ ਤੇ ਕੈਕਟਸ ਦੇ ਜਿਵੇਂ ਤੁਸੀਂ ਲਾਓਗੇ, ਹੁਣ ਮੈਂ ਪਹਿਲਾਂ ਹੀ ਦੱਸ ਚੁੱਕੀ, ਸਿੱਧਾ ਹੱਥ ਨਾ ਲਾ ਲਿਓ, ਜੀ। ਉਹ ਛਿੱਲ ਕੇ ਬਿਲਕੁਲ ਬਰੀਕ ਟੋਟੇ ਕਰਕੇ ਤੁਸੀਂ ਇੱਕ ਬਾਉਲ 'ਚ ਪਾ ਲਓ। ਉਹਦੇ ਵਿੱਚ ਅੱਧਾ ਖੀਰਾ ਚੰਗੀ ਤਰ੍ਹਾਂ ਇਸ ਤਰ੍ਹਾਂ ਬਰੀਕ ਕੱਦੂਕਸ ਕਰਕੇ ਉਹਦੇ ਵਿੱਚ ਹੀ ਮਿਕਸ ਕਰ ਲਓ, ਯਾਨੀ ਇਹ ਬਹੁਤ ਬਰੀਕ ਟੋਟੇ ਹਮ। ਵਿੱਚ ਖੀਰਾ ਕੱਦੂਕਸ ਅੱਧਾ ਤੁਸੀਂ ਇਹਦੇ 'ਚ ਕਰਕੇ ਇਹਨੂੰ ਰੱਖ ਲਓ। ਉਸ 'ਚ 3 ਵੱਡੇ ਚਮਚ ਵਰਜਿਨ ਕੋਕੋਨਟ ਆਇਲ ਹਮ। ਤੇ ਚਮਚ olive oil, ਜੀ। ਇਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਫੈਂਟ ਲਓ, ਇਹਨੂੰ ਮਿਕਸ ਕਰਕੇ ਰੱਖ ਲਓ। ਫਿਰ ਇਸ ਮਿਸ਼ਰਣ ਨੂੰ ਤੁਸੀਂ ਜਦੋਂ ਵਰਤਣਾ ਹੈ ਤਾਂ 20 ਮਿੰਟ ਸਿਰ ਦੇ ਉੱਤੇ ਵੀ, ਉਸੇ ਤਰ੍ਹਾਂ ਫੇਸ ਤੇ ਇਹ ਲਗਾ ਕੇ, ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਚੰਗੀ ਤਰ੍ਹਾਂ ਖੁੱਲੇ ਪਾਣੀ ਨਾਲ ਇਹਨੂੰ ਧੋ ਲਓ, ਤਾਂ ਤੁਹਾਡੇ ਜਿੱਥੇ ਕੰਡੀਸ਼ਨਰ ਵਾਲਾਂ ਲਈ ਵੀ ਬਿਹਤਰੀਨ ਹੋਏਗਾ। ਜੀ। ਤੁਹਾਡਾ ਇਟਲੀ ਇੱਕੋ ਵਾਸ਼ ਦੇ ਨਾਲ ਤੁਹਾਨੂੰ ਦਿਸੇਗਾ ਕਿ ਤੁਹਾਡੇ ਚਿਹਰੇ 'ਚ ਖੂਨ ਦਾ ਦੌਰਾ ਵਧਿਆ ਹੋਇਆ, ਗੁਲਾਬੀ ਭਾਅ ਵੀ ਆ ਗਈ। ਇਹ ਨਹੀਂ ਹੈ ਕਿ ਉਸੇ ਲਾਉਂਦੇ ਸਾਰ ਝੁਰੜੀਆਂ ਤੁਰ ਜਾਣਗੀਆਂ, ਪਰ ਜੇ ਰੂਟੀਨ ਇਹਨੂੰ ਤੁਸੀਂ ਵਰਤਦੇ ਰਹੋ ਵੀਕਲੀ, ਤਾਂ ਹਮ। ਫਿਰ ਤੁਹਾਨੂੰ ਇਹਦੇ ਤੋਂ 6 ਤੋਂ 8 ਹਫ਼ਤਿਆਂ ਦੇ ਵਿੱਚ ਕਾਫੀ ਫਾਇਦਾ ਦਿਸਣ ਲੱਗ ਸਕਦਾ, ਕਿਉਂਕਿ ਇਹਦੇ ਨਾਲ ਵਾਲਾਂ ਦਾ ਝੜਨਾ ਵੀ ਰੁਕ ਜਾਂਦਾ, ਵਾਲ ਲੰਮੇ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ। ਪ੍ਰੋਵਾਈਡਡ ਉਹਦੇ ਹੇਠਲਾ ਦੇਖੋ, ਜੇ ਤੁਹਾਨੂੰ ਥਾਇਰਾਇਡ ਦੇ ਰੋਗ ਨੇ, ਡਾਇਬਟੀਜ਼ ਹੈ, ਜਾਂ ਹੋਰ ਕੋਈ ਨੁਕਸ ਨੇ, ਸਿਕਰੀ ਹੈ, ਉਹਦੀ ਟ੍ਰੀਟਮੈਂਟ ਜੇ ਨਹੀਂ ਕਰੋਗੇ ਤਾਂ ਫਰਕ ਨਹੀਂ ਦਿਸੇਗਾ। ਤਾਂ ਬਾਕੀ ਟ੍ਰੀਟਮੈਂਟ ਨਾਲੋਂ ਨਾਲ ਕਰਨ ਦੀ ਲੋੜ ਹਮ। ਹੁੰਦੀ ਹਮ। ਹੈ। ਹੋਰ ਤੁਹਾਨੂੰ ਮੈਂ ਵਰਤਣ ਦਾ ਢੰਗ, ਜਿਹੜੇ ਅੱਜ ਕੱਲ ਜੂਸ ਬਹੁਤ ਜ਼ਿਆਦਾ ਇਹਦੇ ਮਿਲਣ ਲੱਗ ਗਏ ਨੇ, ਜੈਮਸ ਨੇ, ਉਹਦੇ ਨਾਲ ਹੀ ਇਹਦੀਆਂ ਆਮ ਗੋਲੀਆਂ ਵੀ ਮਿਲਣ ਲੱਗ ਗਈਆਂ ਨੇ। ਹੁਣ ਜੋ ਖੋਜਾਂ ਦੱਸਦੀਆਂ ਨੇ, ਮੈਂ ਸਿਰਫ ਖੋਜ ਦੇ ਉੱਤੇ ਆਧਾਰਿਤ, ਕਿ ਜੀ। ਜਿੰਨੀਆਂ ਟੀਜ਼ ਜਾਂ ਜੂਸ ਜਾਂ ਜੈਮਸ ਅਵੇਲੇਬਲ ਨੇ, ਖਿਮਾ ਕਰਿਓ ਮੈਂ ਕਿਸੇ ਦੀ
ਸੇਲ ਦੇ ਉੱਤੇ ਨਹੀਂ ਕੋਈ ਖਰਾਬੀ ਕਰਨਾ ਚਾਹੁੰਦੀ, ਪਰ ਉਹਦਾ ਐਫੀਕੇਸੀ 15 ਤੋਂ 25% ਸਿਰਫ ਰਹਿ ਜਾਂਦਾ। ਹੂੰ ਇਹ ਤਾਜ਼ੀ ਖਾਦੀ ਚੀਜ਼ ਬਿਲਕੁਲ ਹਰਬਡ ਜਾਂ ਉਹਦਾ ਇਹ ਹਾਲ ਕਰਕੇ ਜਦੋਂ ਅਸੀਂ ਲੈਂਦੇ ਆ, ਉਹਦੇ ਚ ਚਮਤਕਾਰ ਨਹੀਂ ਪਾਲਣਾ ਚਾਹੀਦਾ ਕਿ ਅਸੀਂ ਇਹਨੂੰ ਜੈਲੀ ਖਾ ਰਹੇ ਹਾਂ ਜੀ, ਅਸੀਂ ਮਹੀਨਿਆਂ 32 ਸਾਲਾਂ 32 ਫਰਕ ਨਹੀਂ ਪੈ ਰਿਹਾ। ਤਾਂ ਬਹੁਤ ਅਹਿਮ ਗੱਲ ਜੇ ਕਿ ਤੁਸੀਂ ਪਹਿਲੀ ਗੱਲ ਤਾਂ ਕਿ ਆਪਣੀ ਜ਼ਿੰਦਗੀ ਦਾ ਜਾਂ ਲਾਈਫ ਸਟਾਈਲ ਚੇਂਜ ਕੀਤਾ ਜਾਵੇ, ਕਿਉਂਕਿ ਇਹ ਸਭ ਲਾਈਫ ਸਟਾਈਲ ਡਿਜ਼ੀਜ਼ ਜੀ ਜੇ ਫੀਲ ਕੀਤਾ ਤਾਂ ਇੱਕ ਨਾਗਫਨੀ ਚਮਤਕਾਰੀ ਸਾਬਤ ਨਹੀਂ ਹੋਣੀ। ਪਰ ਜਦੋਂ ਤੁਸੀਂ ਆਪਣੇ ਮਨ ਨੂੰ ਟ੍ਰੇਨ ਕਰ ਲੈਂਦੇ ਹੋ ਕਿ ਹਾਂ ਮੈਂ ਇਸ ਬਿਮਾਰੀ ਨਾਲ ਲੜਨਾ ਹੈ, ਮੈਂ ਠੀਕ ਹੋਣਾ ਹੈ, ਤਾਂ ਤੁਸੀਂ ਕੈਂਸਰ ਵਰਗੀ ਚੀਜ਼ ਤੇ ਵੀ ਫਤਿਹ ਪ੍ਰਾਪਤ ਕਰ ਲੈਂਦੇ ਹੋ, ਕਿਉਂਕਿ ਤੁਹਾਡਾ ਆਪਣਾ ਸਰੀਰ ਉਸ ਤੇ ਕੰਮ ਸ਼ੁਰੂ ਕਰਦਾ ਹੈ। ਬਿਲਕੁਲ ਬਿਲਕੁਲ ਤਾਂ ਨਾਗਫਨੀ ਤੋਂ ਜੇ ਤੁਸੀਂ ਫਾਇਦਾ ਲੈਣਾ ਹੈ ਤਾਂ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਢੰਗ ਨਾਲ ਹਰ ਬਿਮਾਰੀ ਵਿੱਚ ਪ੍ਰੋਪਰ ਮਾਤਰਾ ਵਿੱਚ, ਜੋ ਕਿ ਵੱਖੋ ਵੱਖ ਹੈ, ਉਹ ਕਿਸੇ ਵੀ ਹਾਲ ਵਿੱਚ ਅਸੀਂ ਏਦਾਂ ਟੀਵੀ ਤੇ ਨਹੀਂ ਦੱਸ ਸਕਦੇ ਹਰ ਬਿਮਾਰੀ ਚ ਵੱਖੋ ਵੱਖਰੀ ਕਿੰਨੀ ਮਾਤਰਾ ਚ ਲਈ। ਤੇ ਮੈਂ ਬੇਨਤੀ ਵੀ ਕਰਾਂਗੀ ਕਿਉਂਕਿ ਬਹੁਤ ਸਾਰੇ ਫੋਨ ਕਾਲਸ ਵੀ ਆਉਂਦੇ ਨੇ ਮੈਨੂੰ, ਕੋਈ ਜਵਾਬ ਮੈਨੂੰ ਭਾਵੇਂ ਉਹ ਕਹਿੰਦੇ ਨੇ ਬਹੁਤ ਰੁੱਖੀ ਹੈ, ਪਰ ਮੈਂ ਕੀ ਕਰਾਂ, ਮੈਂ ਫੋਨ ਤੇ ਇਹੋ ਦੱਸਦੀ ਹਾਂ ਕਿ ਜੇ ਪਰਲੇ ਪਾਸਿਓਂ ਇੱਕ ਫੋਨ ਕਾਲ ਤੇ ਮੇਰੇ ਪਾਏ ਹੋਏ ਕੱਪੜੇ ਦਾ ਰੰਗ ਵੀ ਨਹੀਂ ਦੱਸ ਸਕਦੇ, ਤਾਂ ਮੈਨੂੰ ਦੱਸੋ ਤੁਸੀਂ ਕਹਿ ਰਹੇ ਹੋ ਮੇਰੇ ਬੱਚੇ ਨੂੰ ਆਟਿਜ਼ਮ ਵੀ ਹੈ, ਉਸ ਨੂੰ ਦੌਰਾ ਵੀ ਪੈਂਦਾ ਹੈ, ਤੇ ਫਿਰ ਉਹ ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹਰਕਤਾਂ ਵੀ ਕਰ ਰਿਹਾ, ਏਦਾਂ ਦੀਆਂ ਮੂਵਮੈਂਟਸ ਵੀ ਹੈ, ਫਟਾਫਟ ਦਵਾਈ ਲਿਖਾਇਓ ਜਿਹੜੀ ਖਾਸ ਤੌਰ ਤੇ ਖਾਣਾ। ਮੈਨੂੰ ਦੱਸੋ ਕਿ ਮੈਂ ਬੱਚਾ ਚੈੱਕ ਨਹੀਂ ਕੀਤਾ, ਹੋ ਸਕਦਾ ਕੋਈ ਐਂਜ਼ਾਈਮ ਡੈਫੀਸ਼ੀਐਂਸੀ ਹੋਵੇ, ਹੋ ਸਕਦਾ ਉਹਦਾ ਜਿਗਰ ਦਾ ਕੋਈ ਨੁਕਸ ਹੋਇਆ ਹੋਏ, ਗੁਰਦੇ ਦਾ ਕੋਈ ਹੋਏ, ਮੈਂ ਫਟਾਫਟ ਇੱਕ ਖਾਣ ਦੀ ਚੀਜ਼ ਕਿੰਨੀ ਮਾਤਰਾ ਚ ਕਿਵੇਂ ਦੱਸ ਸਕਦੀ ਹਾਂ ਇੱਕ ਸਭ ਸਮੁੰਦਰੋਂ ਪਾਰ ਬੈਠੇ ਨੂੰ। ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡਾਕਟਰੀ ਸਲਾਹ ਲੈਣ ਲਈ ਡਾਕਟਰ ਨੂੰ ਦਿਖਾ ਕੇ ਚੈੱਕ ਕਰਵਾ ਕੇ ਉਹਦੇ ਉਹ ਜਦੋਂ ਸੰਪੂਰਨ ਬੋਡੀ ਚੈੱਕਅਪ ਹੁੰਦਾ ਉਸ ਤੋਂ ਬਾਅਦ ਖੁਰਾਕ ਦਾ ਰੋਲ ਸ਼ੁਰੂ ਹੁੰਦਾ ਜੇ, ਨਾ ਕਿ ਪਹਿਲੀ ਸੱਤੇ ਕਿ ਮੈਨੂੰ ਹੁਣ ਆ ਬਿਮਾਰੀ ਸਿਖਰ ਦੀ ਵੱਧ ਗਈ ਹੈ, ਅੱਜ ਹੀ ਹੁਣੇ ਮੈਨੂੰ ਦੱਸੋ ਮੈਂ ਹੁਣੇ ਪਿਆਜ਼ ਕਿਸ ਤਰੀਕੇ ਦਾ ਖਾ ਲਵਾਂ ਕਿ ਮੈਂ ਸ਼ਾਮ ਤੱਕ ਠੀਕ ਹੋ ਜਾਵਾਂ। ਜਿਵੇਂ ਸਰੀਰ ਬਿਮਾਰੀ ਦੇ ਨਾਲ ਗ੍ਰਸਤ ਹੁੰਦਾ ਜੇ, ਬਿਲਕੁਲ ਉਸੇ ਹੀ ਤਰ੍ਹਾਂ ਹੌਲੀ ਹੌਲੀ ਉਹਦੇ ਚੋਂ ਨਿਕਲਦੀਆਂ ਮੇਰੇ ਚੀਜ਼ਾਂ, ਜਿਸ ਵਿੱਚ ਪਹਿਲ ਤਾਂ ਕਾਲ ਕਰਨੀ ਹੀ ਨਹੀਂ ਚਾਹੀਦੀ। ਸਰੀਰਕ ਰੋਗ ਦੀ ਪਹਿਲਾਂ ਸਮਝ ਹੋਣੀ ਜ਼ਰੂਰੀ ਹੈ, ਕਿੱਥੋਂ ਓਰੀਜਨੇਟ ਹੋਇਆ, ਕਿਉਂ ਹੋਇਆ, ਤੇ ਫਿਰ ਹੀ ਉਸ ਨੂੰ ਹੌਲੀ ਹੌਲੀ ਉਸੇ ਸਹਿਜ ਤਰੀਕੇ ਨਾਲ ਰੋਕਿਆ ਵੀ ਜਾ ਸਕਦਾ। ਜਿਵੇਂ ਮੈਂ ਹੁਣ ਦੱਸਿਆ ਕਿ ਚਮੜੀ ਲਈ ਜਾਂ ਵਾਲਾਂ ਲਈ ਮਿਸਾਲ ਵਜੋਂ ਹਰ ਇੱਕ ਜਣਾ ਇਸੇ ਤਰ੍ਹਾਂ ਹੀ ਜੇ ਵਰਤੇ, ਪਰ ਉਹਨੂੰ ਹੇਠਾਂ ਥਾਇਰੋਇਡ ਦਾ ਬਿਮਾਰੀ ਨਾਲ ਚੱਲ ਰਹੀ ਸੀ, ਜਿਸ ਦਾ ਉਹਨੇ ਇਲਾਜ ਨਹੀਂ ਕੀਤਾ, ਤਾਂ ਵਾਲ ਝੜਨੋਂ ਵੀ ਨਹੀਂ ਰੁਕਣੇ, ਚਮੜੀ ਨਹੀਂ ਹੋਣੀ, ਉਹ ਸਭ ਚੀਜ਼ਾਂ ਉਸ ਤਰ੍ਹਾਂ ਹੀ ਰਹਿ ਜਾਣੀਆਂ। ਤਾਂ ਇਹ ਜ਼ਰੂਰ ਅਸਰਦਾਰ ਨੇ, ਜਿਨ੍ਹਾਂ ਨੂੰ ਕੋਈ ਵੀ ਰੋਗ ਨਹੀਂ, ਉਹ ਜੇ ਰੈਗੂਲਰ ਵਰਤਦੇ ਰਹਿਣ ਤਾਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਇਹ ਕੁਦਰਤੀ ਖੁਰਾਕ ਬਚਾ ਸਕਦੀ ਹੈ। ਕਿਉਂਕਿ ਮੈਂ ਜਿਵੇਂ ਹੁਣ ਮਾਹਵਾਰੀ ਦੀ ਇਸ਼ੂ ਹੈ ਜੀ, ਫਰਜ਼ ਕਰੋ ਬੱਚੇਦਾਨੀ ਦੇ ਆਲੇ ਦੁਆਲੇ ਕਾਫੀ ਸੋਜ਼ਿਸ਼ ਹੈ, ਉੱਥੇ ਇਨਫੈਕਸ਼ਨ ਹੋਈ ਪਈ ਹੈ, ਤੇ ਆਪਾਂ ਕਹੀਏ ਕਿ ਪੀੜ ਤੇ ਜਿਹੜੀ ਹੈ ਉਹ ਨਾਗਫਨੀ ਨਾਲ ਨਹੀਂ ਠੀਕ ਹੋ ਰਹੀ, ਤਾਂ ਭਾਈ ਫਿਰ ਤੁਸੀਂ ਉਸ ਸੋਜ਼ਿਸ਼ ਦਾ ਜਿਹੜੀ ਆਸ-ਪਾਸ ਇਨਫੈਕਸ਼ਨ ਹੈ ਜਾਂ ਯੂਟਰਸ ਦੇ ਅੰਦਰ ਕੋਈ ਰਸੌਲੀ ਪਈ ਹੈ, ਉਸ ਦਾ ਇਲਾਜ ਜੇ ਨਹੀਂ ਜਾਂ ਟੈਸਟ ਨਹੀਂ ਕੀਤਾ, ਤਾਂ ਹੋ ਸਕਦਾ ਨਾਗਫਨੀ ਦਾ ਅਸਰ ਨਾ ਹੋਵੇ। ਪਰ ਜਿੰਨੇ ਕੇਸਿਸ ਤੇ ਸਟੱਡੀ ਕੀਤਾ ਗਿਆ ਕਿ ਜਿਹੜੀਆਂ ਬੇਟੀਆਂ ਨੂੰ ਇਹ ਸੀ ਪਰ ਹੋਰ ਕੋਈ ਵੀ ਪ੍ਰੋਬਲਮ ਨਹੀਂ ਸੀ, ਤਾਂ ਇਹਨਾਂ ਦੇ ਵਿਚਲੇ ਜੋ ਕੁਦਰਤੀ ਹਾਰਮੋਨ ਸੀ ਉਹ ਇਹਨਾਂ ਦੇ ਨਾਲ ਫਾਇਦਾ ਜ਼ਰੂਰ ਦੇ ਸਕਦਾ। ਤਾਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਖੁਰਾਕ ਜਾਦੂ ਟੋਣਾ ਨਹੀਂ ਹੁੰਦਾ ਜੀ। ਇੱਕ ਪਿਆਜ਼ ਹੀ ਲਈਏ ਤਾਂ ਇਹਦਾ ਸਿਰਫ ਵਰਤਣ ਦਾ ਢੰਗ, ਮਾਤਰਾ, ਜੋ ਅਲੱਗ-ਅਲੱਗ ਬਿਮਾਰੀਆਂ ਵਿੱਚ ਤੁਹਾਨੂੰ ਸਮੇਤ ਕਿ ਚਮੜੀ ਦੇ ਰੋਗਾਂ ਤੁਹਾਡੇ ਲਈ ਇੱਕ ਜਿਵੇਂ ਨਾਗਫਨੀ ਕੁਝ ਚੀਜ਼ਾਂ ਲਈ ਮੈਂ ਕਹਿੰਦੀ ਹਾਂ ਕਿ ਕਮਾਲ ਦਾ ਅਸਰ ਦਿਖਾਉਂਦੀ ਹੈ, ਉਹ ਵੀ ਜਾਦੂਈ ਅਸਰ ਦਿਖਾ ਸਕਦੀ ਹੈ, ਪ੍ਰੋਵਾਈਡਡ ਬਿਮਾਰੀ ਲੱਭੀ ਗਈ ਹੋਏ, ਇਲਾਜ ਕੀਤਾ ਹੋਵੇ। ਫਿਰ ਨਾ ਸਹੀ ਮਾਤਰਾ ਵਿੱਚ ਇਹ ਪਿਆਜ਼ ਦਾ ਰਸ ਲਾਣਾ ਇੱਥੇ, ਜਾਂ ਇਹਦੇ ਵਿੱਚ ਮਿਕਸ ਕਰਕੇ ਕੁਝ ਲਾਣਾ, ਜਾਂ ਸਾਦਾ ਪਿਆਜ਼ ਲਾਣਾ, ਇਹ ਬਹੁਤ ਜ਼ਿਆਦਾ ਅਲੱਗ-ਅਲੱਗ ਅਸਰ ਦਿਖਾਉਂਦੇ ਨੇ, ਜੋ ਟੈਲੀਫੋਨ ਦੇ ਉੱਤੇ ਸੰਭਵ ਨਹੀਂ ਹੁੰਦਾ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ, ਜਿਸ ਤਰੀਕੇ ਨਾਲ ਫਾਇਦੇ ਨੇ
ਹਰ ਚੀਜ਼ ਦੇ ਅਸੀਂ ਕਹਾਂਗੇ ਨੁਕਸਾਨ ਵੀ ਹੁੰਦਾ, ਅਗਰ ਫਾਇਦੇ ਹੁੰਦੇ ਆ ਤਾਂ ਨੁਕਸਾਨ ਵੀ ਕਿਤੇ ਨਾ ਕਿਤੇ ਹੁੰਦਾ। ਜਿਹੜੀਆਂ ਗੱਲਾਂ ਤੇ ਅਸੀਂ ਇਸ ਖਾਸ ਐਪੀਸੋਡ ਦੇ ਦੌਰਾਨ, ਇਸ ਖਾਸ ਸ਼ੋਅ ਦੇ ਦੌਰਾਨ ਅਸੀਂ ਜ਼ਿਕਰ ਕਰਦੇ ਹਾਂ, ਰਿਸਰਚ ਦੇ ਜ਼ਰੀਏ ਤੁਸੀਂ ਦੱਸਦੇ ਹੋ ਕਿ ਕੀ ਫਾਇਦੇਮੰਦ ਕਿਸ ਤਰੀਕੇ ਦੇ ਨਾਲ ਨੇ, ਉਸਦੇ ਨੁਕਸਾਨ ਵੀ ਕਿਸ ਤਰੀਕੇ ਨਾਲ ਹੈ। ਇਨ ਗੱਲਾਂ ਤੇ ਜਿੰਨੀ ਗੱਲਬਾਤ ਕੀਤੀ ਜਾਵੇ ਓਨੀ ਘੱਟ ਹੈ, ਲੇਕਿਨ ਥੋੜੀ ਜਿਹੀ ਸਮੇਂ ਦੀ ਵੀ ਘਾਟ ਹੈ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਇੱਕ ਆਖਰੀ ਸਵਾਲ ਤੁਹਾਡੇ ਤੋਂ ਜਾਣਨਾ ਚਾਹਾਂਗੀ। ਅਸੀਂ ਫਾਇਦਿਆਂ ਦਾ ਤਾਂ ਜ਼ਿਕਰ ਕੀਤਾ, ਕੀ ਇਸ ਦੇ ਸਾਈਡ ਇਫੈਕਟਸ ਵੀ ਨੇ? ਪਹਿਲਾਂ ਤੁਸੀਂ ਇੱਕ ਜ਼ਿਕਰ ਕਰ ਚੁੱਕੇ ਹੋ ਕੰਡਿਆਂ ਦਾ, ਕਿ ਕਿਸ ਤਰੀਕੇ ਦੇ ਨਾਲ ਰੈਸ਼ ਕ੍ਰੀਏਟ ਕਰ ਸਕਦੇ ਨੇ। ਹੋਰ ਕਿਹੜੇ ਸਾਈਡ ਇਫੈਕਟਸ ਨੇ ਜਿਹੜੇ ਇਸ ਦੇ ਨਾਲ ਹੋ ਸਕਦੇ ਨੇ? ਜੀ ਦੇਖੋ, ਜਿਸ ਨੂੰ ਐਲਰਜੀ ਹੋਵੇ ਉਹਨੂੰ ਕਾਫੀ ਤਗੜੀ, ਸਗੋਂ ਜਿਵੇਂ ਮੈਂ ਦੱਸਿਆ ਸੀ ਕਿ ਆਪਾਂ ਮਾਈਗ੍ਰੇਨ ਚ ਵਰਤ ਸਕਦੇ ਹਾਂ, ਉਸੇ ਤਰ੍ਹਾਂ ਤਗੜੀ ਸਿਰ ਪੀੜ, ਅਫਾਰਾ, ਟੱਟੀਆਂ ਲੱਗਣੀਆਂ, ਇਹ ਦੇਖੀਆਂ ਗਈਆਂ ਨੇ ਜਿਨ੍ਹਾਂ ਨੂੰ ਇਹਦਾ ਨਾਲ ਐਲਰਜਿਕ ਰਿਐਕਸ਼ਨ ਹੋਵੇ। ਜਿਵੇਂ ਆਪਾਂ ਗੱਲ ਪਹਿਲਾਂ ਵੀ ਕੀਤੀ ਕਿ ਡੈਥ ਤੱਕ ਹੋ ਸਕਦੀ ਹੈ। ਜੀ। ਦਮੇ ਵਰਗਾ ਐਕਿਊਟ ਅਟੈਕ ਯਾਨੀ ਐਸਥਮੈਟਿਕ ਅਟੈਕ ਵੀ ਇਹਦੇ ਨਾਲ ਹੁੰਦਾ ਦੇਖਿਆ ਜਿਨ੍ਹਾਂ ਨੂੰ ਐਲਰਜੀ ਹੈ। ਇਸੇ ਕਾਰਨ ਬੜੀ ਥੋੜੀ ਮਾਤਰਾ ਚ ਜਸਟ ਪਹਿਲਾਂ ਸਕਿਨ ਤੇ ਲਾ ਕੇ ਜਾਂ ਰੱਤੀ ਜੀਭ ਨੂੰ ਲਾ ਕੇ ਪਹਿਲਾਂ ਮਾੜਾ ਜਿਹਾ ਟੈਸਟ ਕਰਕੇ ਦੇਖਣ ਦੀ ਲੋੜ ਹੈ ਕਿ ਅਸੀਂ ਇਸ ਤੋਂ ਐਲਰਜਿਕ ਤਾਂ ਨਹੀਂ। ਜਿਸ ਨੂੰ ਡਾਇਬਟੀਜ਼ ਹੋਵੇ ਤੇ ਬਹੁਤ ਹਲਕੀ, ਉਹਦੇ ਵਿੱਚ ਲੋੜੋਂ ਵੱਧ ਖਾਣ ਨਾਲ ਬਹੁਤ ਜ਼ਿਆਦਾ ਸ਼ੱਕਰ ਦੀ ਮਾਤਰਾ ਘਟ ਸਕਦੀ ਹੈ, ਬੇਹੋਸ਼ੀ ਤੱਕ ਵੀ ਹੋ ਸਕਦੀ ਹੈ। ਪਿਸ਼ਾਬ ਇਹਦੇ ਸਦਕਾ ਕਾਫੀ ਵੱਧ ਆ ਸਕਦਾ ਜੇ। ਤੋ ਬਹੁਤ ਖਿਆਲ ਰੱਖਣ ਦੀ ਲੋੜ ਹੈ ਕਿ ਜਿਹੜੇ ਕੋਈ ਦਵਾਈਆਂ ਖਾ ਰਹੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਸ਼ਾਬ ਵੱਧ ਆਉਣ ਨਾਲ ਉਹਨਾਂ ਦਾ ਅਸਰ ਘਟ ਸਕਦਾ ਜੇ, ਉਹ ਵੀ ਡਾਕਟਰੀ ਸਲਾਹ ਨਾਲ ਹੀ ਲੈਣ। ਤਾਂ ਇੱਕ ਬਹੁਤ ਅਹਿਮ ਗੱਲ, ਗਰਭਵਤੀ ਔਰਤਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ। ਹਾਲਾਂਕਿ ਇੱਕੋ ਹੀ ਕੇਸ ਰਿਪੋਰਟ ਹੋਇਆ ਜਿਹਦੇ ਵਿੱਚ ਉਹਦੇ ਮਾਂ ਦੇ ਢਿੱਡ ਵਿੱਚ ਹੀ ਉਹਦੀ ਮੌਤ ਹੋ ਗਈ ਸੀ ਬੱਚੇ ਦੀ, ਇਹ ਖਾਣ ਦੇ ਨਾਲ, ਕਿਉਂਕਿ ਸਵੀਅਰ ਐਲਰਜੀ ਸੀ ਉਹਨੂੰ। ਸੋ ਇਸੇ ਕਰਕੇ ਇਹਦੇ ਲਈ ਟੋਟਲ ਅਸੀਂ ਨਾ ਹੀ ਕਰ ਦਿੱਤੀ ਹੋਈ ਹੈ ਡਾਕਟਰੀ ਵੱਲੋਂ ਕਿ ਜੇ ਗਰਭਵਤੀ ਔਰਤ ਹੈ, ਕਿਉਂਕਿ ਅਸੀਂ ਬਿਲਕੁਲ ਇਹ ਰਿਸਕ ਨਹੀਂ ਲੈ ਸਕਦੇ ਕਿ ਉਹ ਐਲਰਜਿਕ ਤਾਂ ਨਹੀਂ, ਕਿ ਇਹੋ ਜਿਹਾ ਟੈਸਟ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਸੇ ਕਰਕੇ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ। ਬਸ ਇੰਨੀ ਕੁ ਗੱਲ ਕਿ ਜੇ ਤੁਸੀਂ ਨਾਗਫਨੀ ਵਰਤਣੀ ਹੈ ਤਾਂ ਕੱਚਾ ਫਲ ਕਦੇ ਵੀ ਨਹੀਂ ਵਰਤਣਾ। ਉਹਦੇ ਵਿੱਚ ਜ਼ਿਆਦਾ ਹੁੰਦੇ ਨੇ ਰਿਐਕਸ਼ਨ, ਹਮੇਸ਼ਾ ਜ਼ਿਆਦਾ ਪੱਕਿਆ ਹੋਇਆ, ਕਿਉਂਕਿ ਇਹਦਾ ਜ਼ਹਿਰ ਵੀ ਉਹੀ ਕਿਹਾ ਸੀ ਕਿ ਜਦੋਂ ਕੱਚੇ ਫਲ ਇਹਦੇ ਖਾਧੇ ਜਾਂਦੇ ਸੀ ਉਦੋਂ ਹੀ ਰਿਐਕਸ਼ਨ ਵੱਧ ਹੁੰਦੇ ਸਨ। ਤਾਂ ਇੰਨਾ ਧਿਆਨ ਨਾਲ ਰੱਖੋ ਕਿ ਜੇ ਤੁਸੀਂ ਕੱਟ ਲਿਆ ਨਾਗਫਨੀ, ਫ੍ਰਿਜ ਵਿੱਚ ਰੱਖਣਾ ਤਾਂ 3 ਜਾਂ 4 ਦਿਨ ਤੋਂ ਵੱਧ ਕਿਸੇ ਹਾਲ 'ਚ ਨਾ ਰੱਖਿਓ, ਉਸ ਤੋਂ ਬਾਅਦ ਉਹਦੇ ਅਸਰ ਨੇ ਸ਼ੁਰੂ ਹੋ ਜਾਂਦੇ ਨੇ। ਇੱਕ ਸੈਕਿੰਡ ਦੀ ਸਿਰਫ ਗੱਲ ਕਰਨਾ ਚਾਹੁੰਦੀ ਹਾਂ, ਤੌਰ ਤੇ ਜਦੋਂ ਨਹੀਂ ਹੁੰਦੇ ਤਾਂ ਉਹਨਾਂ ਲਈ ਜ਼ਰੂਰ ਵਿੱਚ ਥੋੜਾ ਜਿਹਾ ਨਿੰਬੂ ਤੇ ਹਲਕਾ ਜਿਹਾ ਇਹਦੇ ਵਿੱਚ ਇਹਨੂੰ ਪੇਸਟ ਵਾਂਗ ਪਹਿਲਾਂ ਬਣਾ ਕੇ ਫਿਰ ਦੁੱਧ ਦੇ ਵਿੱਚ ਇਹਨੂੰ ਫੈਂਟ ਕੇ ਜੇ ਰੱਖ ਦਿਓ ਤਾਂ ਬੜੀ ਟੇਸਟੀ ਆਈਸਕ੍ਰੀਮ ਵਜੋਂ ਵੀ ਹੋ ਜਾਂਦੀ ਹੈ, ਜੋ ਕਿ ਫਰੈਸ਼ ਵੀ ਹੋਏਗਾ, ਰਿੰਨਿਆ ਵੀ ਨਹੀਂ, ਤੇ ਉਹਦੇ ਨਾਲ ਫਾਇਦਾ ਵੀ ਉਨਾ ਹੀ ਕੁਝ ਸਕਦਾ ਹੈ। ਜੀ ਬਿਲਕੁਲ। ਸੋ ਕਿਤੇ ਨਾ ਕਿਤੇ ਇਸ ਗੱਲ ਨੂੰ ਤਾਂ ਪ੍ਰੂਵ ਹੁਣ ਕਰ ਹੀ ਦਿੱਤਾ ਡਾਕਟਰ ਹਰਸ਼ਿੰਦਰ ਕੌਰ ਨੇ ਹਰ ਐਪੀਸੋਡ ਦੇ ਦੌਰਾਨ ਕਿ ਜਿਹੜੀਆਂ ਚੀਜ਼ਾਂ ਅਸੀਂ ਕਦੇ ਸੋਚ ਵੀ ਨਹੀਂ ਸਕਦੇ, ਜਿਹੜੀਆਂ ਚੀਜ਼ਾਂ ਨੂੰ ਅਸੀਂ ਇਗਨੋਰ ਕਰ ਜਾਂਦੇ ਹਾਂ, ਉਹ ਚੀਜ਼ਾਂ ਸਾਡੇ ਲਈ ਕਿੰਨੀਆਂ ਕੁ ਫਾਇਦੇਮੰਦ ਸਾਬਤ ਹੋ ਸਕਦੀਆਂ ਨੇ। ਸੋ ਹੁਣ ਮੈਡੀਕਲ ਰਿਸਰਚ ਵੀ ਉਨ ਚੀਜ਼ਾਂ ਨੂੰ ਕਿਤੇ ਨਾ ਕਿਤੇ ਪ੍ਰੂਵ ਕਰਨ ਲੱਗ ਪਿਆ। ਸੋ ਅੱਜ ਦੇ ਇਸ ਖਾਸ ਐਪੀਸੋਡ ਦੇ ਲਈ ਔਰ ਤਮਾਮ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਦੇ ਲਈ ਡਾਕਟਰ ਹਰਸ਼ਿੰਦਰ ਕੌਰ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕੀਤੀ ਨਾਗਫਨੀ ਯਾਨੀ ਕਿ ਕੈਕਟਸ ਦੇ ਬਾਰੇ, ਕਿ ਉਸਦੇ ਕੀ ਫਾਇਦੇ ਹੋ ਸਕਦੇ ਨੇ, ਕਿਸ ਤਰੀਕੇ ਦੇ ਨਾਲ ਉਹ ਕਿਹਨਾਂ ਬਿਮਾਰੀਆਂ ਦੇ ਵਿੱਚ ਹੈਲਪਫੁਲ ਸਾਬਤ ਹੋ ਸਕਦੀ ਹੈ ਔਰ ਉਹਨਾਂ ਦੇ ਨੁਕਸਾਨ ਵੀ ਕੀ ਹੋ ਸਕਦੇ ਨੇ। ਸੋ ਜੇਕਰ ਤੁਸੀਂ ਇਹ ਸ਼ੋਅ ਵੇਖਣ ਤੋਂ ਬਾਅਦ ਉਸ ਚੀਜ਼ ਦੀ ਵਰਤੋਂ ਕਰਦੇ ਹੋ, ਸਭ ਵਰਤੋਂ ਬਹੁਤ ਹੀ ਧਿਆਨ ਦੇਣ ਦੇ ਨਾਲ, ਬਹੁਤ ਹੀ ਧਿਆਨ ਦੇ ਨਾਲ ਕਰਨੀ ਪੈਣੀ ਹੈ ਤਾਂ ਕਿ ਜੋ ਨੁਕਸਾਨ ਡਾਕਟਰ ਹਰਸ਼ਿੰਦਰ ਕੌਰ ਵੱਲੋਂ ਦੱਸੇ ਗਏ ਉਹਨਾਂ ਨੂੰ ਉਹ ਨੁਕਸਾਨ ਨਾ ਹੋ ਸਕੇ। ਸੋ ਅੱਜ ਦੀ ਇਸ ਖਾਸ ਪੇਸ਼ਕਸ਼ ਲਈ ਇੰਨਾ ਹੀ। ਦੇਸ਼ ਵਿਦੇਸ਼ ਦੀ ਤਮਾਮ ਖਬਰਾਂ ਦੇ ਲਈ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Check the mic and make sure it sound right, boys.